रीर शरीर, लकीर लकीर, पनीर पनीर, कमीज कमीज, मशीन मशीन, जमीन जमीन, बगीची बगीची, पतीली पतीली, मदारी मदारी, मलाई मलाई, लिखाई लिखाई, के आरी क्यारी, वीरवार वीरवार, साइकल साइकिल, नारियल नारियल, हलवाई हलवाई, पटवारी पटवारी, पिचकारी पिचकारी। आओ हुण बिहारी मात्रा नाल बनन वाले ਵੱਖ-ਵੱਖ ਵਾਕਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀਏ। ਵੀਰ ਖੀਰ ਖਾ, ਜੀਤੀ ਹਲਦੀ ਲਿਆ, ਦੀਪੀ ਵਰਦੀ ਪਾ, ਚਾਚੀ ਮਸ਼ੀਨ चला, रानी सीटी वजा, वीर कीमती घड़ी लिया, नवनीत गीत गा, मलकीत बल्ब जगा। पन्ना नंबर 68 ਅਤੇ 69 ਉੱਪਰ ਦਿੱਤੇ ਸਵਾਲ ਕਰਾਂਗੇ। ਬੱਚਿਓ, ਇਹ ਹੈ ਪਰਨੀਤ ਅਤੇ ਇਹ ਹੈ ਤਰਲੀਨ। ਪਰਨੀਤ ਕੋਲ 9 ਟੌਫੀਆਂ ਹਨ ਅਤੇ ਤਰਲੀਨ ਕੋਲ 6 ਟੌਫੀਆਂ ਹਨ। ਦੱਸੋ ਦੋਹਾਂ ਕੋਲ ਕਿੰਨੀਆਂ ਟੌਫੀਆਂ ਹਨ? ਚਲੋ ਬੱਚਿਓ ਗਿਣਦੇ ਆਂ। 9 ਟੌਫੀਆਂ, ਇੱਕ ਹੋਰ ਟੌਫੀ ਮਿਲਾ ਕੇ 10 ਟੌਫੀਆਂ, 11 12 13 14 15 ਟੌਫੀਆਂ। ਤਾਂ ਇਸ ਦਾ ਕੀ ਮਤਲਬ ਹੈ? ਦੋਹਾਂ ਕੋਲ ਮਿਲਾ ਕੇ ਕਿੰਨੀਆਂ ਟੌਫੀਆਂ ਹਨ? 15 ਟੌਫੀਆਂ। ਤਾਂ ਇਸ ਦਾ ਕੀ ਅਰਥ ਹੈ ਬੱਚਿਓ? 9 ਅੰਕਾਂ ਵਿੱਚ 6 ਅੰਕ ਜੋੜਨ ਤੇ ਕਿੰਨੀ ਸੰਖਿਆ ਬਣਦੀ ਹੈ? ਹਾਂਜੀ, 15। ਬੱਚਿਓ, ਹੁਣ ਆਪਾਂ ਅਗਲਾ ਸਵਾਲ ਕਰਦੇ ਹਾਂ। ਇਹ ਹੈ ਸੁਪ੍ਰੀਤ ਅਤੇ ਇਹ ਹਨ ਉਸਦੇ ਮੰਮੀ। ਸੁਪ੍ਰੀਤ ਕੋਲ 7 ਪੈਨਸਿਲਾਂ ਸੀ। ਉਸ ਨੂੰ ਮੰਮੀ ਨੇ 5 ਪੈਨਸਿਲਾਂ ਹੋਰ ਦੇ ਦਿੱਤੀਆਂ। ਤਾਂ ਹੁਣ ਸੁਪ੍ਰੀਤ ਕੋਲ ਕਿੰਨੀਆਂ ਪੈਨਸਿਲਾਂ ਹੋਈਆਂ? ਹਾਂਜੀ ਬੱਚੇ, ਸੁਪ੍ਰੀਤ ਕੋਲ ਕਿੰਨੀਆਂ ਪੈਨਸਿਲਾਂ ਸਨ? 7 ਪੈਨਸਿਲਾਂ। ਮੰਮੀ ਨੇ 5 ਪੈਨਸਿਲਾਂ
ਹੋਰ ਦੇ ਦਿੱਤੀਆਂ। ਤਾਂ ਵੇਖਦੇ ਹਾਂ ਹੁਣ ਸੁਪ੍ਰੀਤ ਕੋਲ ਕਿੰਨੀਆਂ ਪੈਨਸਿਲਾਂ ਹਨ। 7 ਪੈਨਸਿਲਾਂ, 8, 9, 10, 11 ਅਤੇ 12। ਤਾਂ ਹੁਣ ਸੁਪ੍ਰੀਤ ਕੋਲ ਕਿੰਨੀਆਂ ਪੈਨਸਿਲਾਂ ਹਨ? 12 ਪੈਨਸਿਲਾਂ। ਤਾਂ ਆਪਾਂ ਫਿਰ ਕੀ ਸਿੱਖਿਆ ਕਿ 7 ਅੰਕਾਂ ਵਿੱਚ 5 ਅੰਕ ਜੋੜਨ ਤੇ ਕਿੰਨੀ ਸੰਖਿਆ ਬਣ ਜਾਂਦੀ ਹੈ? 12। ਪਿਆਰੇ ਬੱਚਿਓ, ਇਹ ਹੈ ਸੰਖਿਆ ਪੱਟੀ। ਹੁਣ ਆਪਾਂ ਅਗਲਾ ਸਵਾਲ ਇਸ ਸੰਖਿਆ ਪੱਟੀ ਉੱਤੇ ਕਰਦੇ ਹਾਂ। ਬੱਚਿਓ, ਇਹ ਹੈ ਬੰਨੀ। ਬੰਨੀ ਨੂੰ ਛਲਾਂਗਾ ਲਗਾਉਣ ਦਾ ਬਹੁਤ ਸ਼ੌਂਕ ਹੈ। ਬੰਨੀ ਛਲਾਂਗਾ ਲਗਾ ਕੇ ਪਹੁੰਚ ਜਾਂਦਾ ਹੈ 6 ਤੇ। ਬੰਨੀ ਕਿੰਨੇ ਨੰਬਰ ਤੇ ਪਹੁੰਚ ਜਾਂਦਾ ਹੈ? 6 ਤੇ। ਪਰ ਉਸ ਦਾ ਦਿਲ ਅਜੇ ਹੋਰ ਛਲਾਂਗਾ ਲਗਾਉਣ ਨੂੰ ਕਰਦਾ ਹੈ। ਤਾਂ ਉਹ ਕਹਿੰਦਾ ਹੈ ਕਿ ਮੈਂ 6 ਛਲਾਂਗਾ ਹੋਰ ਲਗਾਉਣੀਆਂ ਹਨ। ਤਾਂ ਹੋਰ ਦਾ ਕੀ ਮਤਲਬ ਹੁੰਦਾ ਹੈ? ਜੋੜ। ਤਾਂ ਵੇਖਦੇ ਹਾਂ ਆਪਾਂ ਕਿ 6 ਛਲਾਂਗਾ ਲਗਾਉਣ ਤੋਂ ਬਾਅਦ ਬੰਨੀ ਕਿੰਨੇ ਨੰਬਰ ਤੇ ਪਹੁੰਚਦਾ ਹੈ। ਬੰਨੀ ਹੁਣ ਪਹਿਲੀ ਛਾਲ ਲਗਾਉਂਦਾ ਹੈ ਅਤੇ ਕਿੰਨੇ ਨੰਬਰ ਤੇ ਪਹੁੰਚ ਜਾਂਦਾ ਹੈ? 7 ਨੰਬਰ ਤੇ। ਬੰਨੀ ਹੁਣ ਦੂਜੀ ਛਾਲ ਲਗਾਉਂਦਾ ਹੈ ਅਤੇ 8 ਨੰਬਰ ਤੇ ਪਹੁੰਚ ਜਾਂਦਾ ਹੈ। ਬੰਨੀ ਤੀਜੀ ਛਾਲ ਲਗਾਉਂਦਾ ਹੈ ਅਤੇ 9 ਨੰਬਰ ਤੇ ਪਹੁੰਚ ਜਾਂਦਾ ਹੈ। ਚੌਥੀ ਛਾਲ ਲਗਾ ਕੇ ਬੰਨੀ 10 ਨੰਬਰ ਤੇ ਪਹੁੰਚ ਜਾਂਦਾ ਹੈ। ਹੁਣ ਬੰਨੀ ਪੰਜਵੀਂ ਛਾਲ ਲਗਾਉਂਦਾ ਹੈ ਅਤੇ 11 ਨੰਬਰ ਤੇ ਪਹੁੰਚ ਜਾਂਦਾ ਹੈ। ਪਰ ਬੰਨੀ ਨੇ ਤਾਂ 6 ਛਾਲਾਂ ਲਗਾਉਣੀਆਂ ਹਨ। ਹੁਣ ਉਹ 6ਵੀਂ ਛਾਲ ਲਗਾਉਂਦਾ ਹੈ ਅਤੇ ਕਿੰਨੇ ਨੰਬਰ ਤੇ ਪਹੁੰਚ ਜਾਂਦਾ ਹੈ? 12 ਨੰਬਰ ਤੇ। ਤਾਂ ਬੱਚਿਓ, 6 ਛਾਲਾਂ ਲਗਾਉਣ ਤੋਂ ਬਾਅਦ 6 ਹੋਰ ਛਾਲਾਂ ਲਗਾਉਣ ਤੇ ਬੰਨੀ ਕਿੰਨੇ ਨੰਬਰ ਤੇ ਪਹੁੰਚ ਗਿਆ ਸੀ? 12 ਨੰਬਰ ਤੇ। ਤਾਂ ਇਸ ਦਾ ਕੀ ਮਤਲਬ ਹੈ ਬੱਚਿਓ ਕਿ 6 ਅੰਕਾਂ ਵਿੱਚ 6 ਅੰਕ ਹੋਰ ਜੋੜਨ ਤੇ ਸੰਖਿਆ ਕਿੰਨੀ ਬਣਦੀ ਹੈ? ਹਾਂਜੀ, 12। ਬੱਚਿਓ, ਹੁਣ ਵਾਰੀ ਹੈ ਅਗਲੇ ਸਵਾਲ ਦੀ। ਬੱਚਿਓ, ਇਹ ਹੈ ਪਿੰਕੀ। ਪਿੰਕੀ ਇਸ ਸੰਖਿਆ ਪੱਟੀ ਤੇ ਛਲਾਂਗਾ ਲਗਾ ਰਹੀ ਹੈ। ਛਲਾਂਗਾ ਲਗਾ ਕੇ ਉਹ 9 ਨੰਬਰ ਤੇ ਪਹੁੰਚਦੀ ਹੈ। ਪਿੰਕੀ ਛਾਲਾਂ ਮਾਰਦੀ ਹੋਈ ਕਿੰਨੇ ਨੰਬਰ ਤੇ ਪਹੁੰਚ ਗਈ ਹੈ? 9 ਨੰਬਰ ਤੇ। ਪਰ ਉਸਨੇ ਅਜੇ 3 ਹੋਰ ਛਾਲਾਂ ਲਗਾਉਣੀਆਂ ਹਨ। ਤਾਂ ਵੇਖਦੇ ਹਾਂ 3 ਛਾਲਾਂ ਹੋਰ ਲਗਾਉਣ ਤੋਂ ਬਾਅਦ ਪਿੰਕੀ ਕਿੰਨੇ ਨੰਬਰ ਤੇ ਪਹੁੰਚਦੀ ਹੈ? ਪਹਿਲੀ ਛਾਲ ਲਗਾਉਣ ਤੇ ਪਿੰਕੀ ਕਿੰਨੇ ਨੰਬਰ ਤੇ ਪਹੁੰਚ ਗਈ ਹੈ? 10 ਨੰਬਰ ਤੇ। ਪਿੰਕੀ ਹੁਣ ਦੂਜੀ ਛਾਲ ਲਗਾਉਂਦੀ ਹੈ ਅਤੇ ਕਿੰਨੇ ਨੰਬਰ ਤੇ ਪਹੁੰਚ ਜਾਂਦੀ ਹੈ? 11 ਨੰਬਰ ਤੇ। ਤੀਜੀ ਛਾਲ ਲਗਾ ਕੇ ਪਿੰਕੀ ਕਿੰਨੇ ਨੰਬਰ ਤੇ ਪਹੁੰਚ ਗਈ ਹੈ? 12 ਨੰਬਰ ਤੇ। ਤਾਂ ਆਪਾਂ ਕੀ ਵੇਖਿਆ ਬੱਚਿਓ? 9 ਛਾਲਾਂ ਲਗਾਉਣ ਤੋਂ ਬਾਅਦ 3 ਛਾਲਾਂ ਹੋਰ ਲਗਾਉਣ ਤੇ ਪਿੰਕੀ ਕਿੰਨੇ ਨੰਬਰ ਤੇ ਪਹੁੰਚ ਗਈ ਹੈ? 12 ਨੰਬਰ ਤੇ। ਤਾਂ ਇਸ ਦਾ ਕੀ ਮਤਲਬ ਹੈ ਬੱਚਿਓ ਕਿ 9 ਅੰਕਾਂ ਵਿੱਚ 3 ਅੰਕ ਜੋੜਨ ਤੇ ਸੰਖਿਆ ਕਿੰਨੀ ਬਣਦੀ ਹੈ? 12। ਤਾਂ ਬੱਚਿਓ, ਆਪਾਂ ਜੋ ਅੱਜ ਸਵਾਲ ਕੀਤੇ ਹਨ ਤੁਸੀਂ ਵੀ ਕਰਨੇ ਹਨ। Good morning, children. Children, do you remember in our previous class we have learnt about colors? So today we'll give it some more practice. I will show you a picture on the screen and you will tell me
it is of which color? So, let's start. Look here, children. It is your first picture. Now, tell me its color. Ma'am, red. Very good. Repeat, red. Now, here is your next picture. Yes. Think. Ma'am, orange. Very good. Orange. Look here. These are bananas. And what is their color? Ma'am, yellow. Good. Yellow. Keep it up. Now, the next picture. Yes. Ma'am, umbrella. It is black. Very good. Black. Children, chant. Black. Yes. Now, look here. Yes, tell me the color. Green. Great. Well done. Green. Yes. Can anybody tell me the color of the tub? Ma'am, blue. Good. It is blue in color. Repeat. Blue. Now, tell me the color of this ribbon. Okay, don't worry, I'll help you. It is purple. Children, repeat after me. Purple. Yes, it is purple. Good. Children, you are all familiar with this color. Yes, tell me. Ma'am, orange. Very good, children. Orange. Repeat. Orange. Well done. Now we will revise our colors once again. Red. Green. Blue. Yellow. Orange. Black. Purple. White. Great. That's all for today. And now it's time for your homework. Children, practice to recognize colors of the different objects. Objects in your surrounding. Objects at your home. In school. I'll meet you again. Till then, keep learning. Bye-bye. ਬਹੁਤ ਦੇਰ ਤੱਕ ਅਸੀਂ ਕਰ ਲਈ ਪੜ੍ਹਾਈ ਹੁਣ ਵਾਰੀ ਰੰਗਾਂ ਦੀ ਆਈ ਤਾਂ ਪਿਆਰੇ ਬੱਚਿਓ ਕਰ ਲਓ ਤਿਆਰੀ ਚੁੱਕ ਲਓ ਆਪਣੇ ਰੰਗ ਦੀ ਕਿਤਾਬ दूसरी जमातें बहुत ही प्यारे विद्यार्थियों सत श्री अकाल प्यारे बच्चों अज असी अपनी पंजाबी दी पाठ पुस्तक दे पाठ 2 जागो जागो होया सवेरा विचों प्रश्न 6 रंग भरो करांगे।
ਆਸ ਹੈ ਕਿ ਤੁਹਾਨੂੰ ਇਸ ਗਤੀਵਿਧੀ ਵਿੱਚ ਬਹੁਤ ਹੀ ਮਜ਼ਾ ਆਇਆ ਹੋਵੇਗਾ। ਤਾਂ ਪਿਆਰੇ ਬੱਚਿਓ, ਹੁਣ ਘਰ ਦੇ ਕੰਮ ਵਿੱਚ ਤੁਸੀਂ ਇਸ ਤਸਵੀਰ ਵਿੱਚ ਆਪਣੀ ਪਸੰਦ ਦੇ ਰੰਗ ਭਰਨੇ ਹਨ ਅਤੇ ਉਹਨਾਂ ਨੂੰ ਆਪਣੇ ਅਧਿਆਪਕ ਜੀ ਤੋਂ ਚੈੱਕ ਵੀ ਕਰਾਉਣਾ ਹੈ। जमात दूसरी विषय गणित पेज नंबर 76। सवाल नंबर 4 ਦੇ ਵਿੱਚ ਬੱਚਿਓ ਤੁਹਾਨੂੰ ਵੱਖ-ਵੱਖ ਸੰਖਿਆਵਾਂ ਦਿੱਤੀਆਂ ਹਨ ਜਿਨ੍ਹਾਂ ਦਾ ਤੁਸੀਂ ਜੋੜ ਕਰਨਾ ਹੈ। ਪਹਿਲੀ ਸੰਖਿਆ ਹੈ 37 ਜਮਾ 12, 7 ਤੇ 2 9, 3 ਤੇ 1 4। ਤਾਂ ਬੱਚਿਓ 37 ਜਮਾ 12 49। सवाल नंबर 2 49 जमा 30, 9 जमा 0 9, 4 जमा 3 7, 49 जमा 30 79। अगला सवाल है 56 जमा 28, 6 जमा 8 14 मतलब 14 इकाइयां। 10 इकाई बराबर है 1 दे। बच्चों 14 ਵਿੱਚੋਂ 4 इकाई ਅਸੀਂ ਥੱਲੇ ਰੱਖ ਲੈਂਦੇ ਹਾਂ ਅਤੇ ਇੱਕ ਨੂੰ ਦਹਾਈ ਦੇ ਖਾਨੇ ਵਿੱਚ ਰੱਖ ਲੈਂਦੇ ਹਾਂ। 5 ਤੇ 2 7, 7 ਤੇ 1 8। ਤਾਂ ਬੱਚੋ ਸਾਡੇ ਕੋਲ ਕਿੰਨਾ ਉੱਤਰ ਆ ਗਿਆ? 84। ਸਵਾਲ ਨੰਬਰ 5 ਪੁੱਠੀ ਗਿਣਤੀ ਕਰਦੇ ਹੋਏ ਘਟਾਓ। ਇਸ ਵਿੱਚ ਬੱਚਿਓ ਸਾਨੂੰ 3 ਸਵਾਲ ਦਿੱਤੇ ਹਨ। ਪਹਿਲਾ ਸਵਾਲ ਹੈ 26 ਘਟਾਓ 4। ਬੱਚਿਓ ਸਾਨੂੰ 26 ਦਿੱਤਾ ਹੋਇਆ ਹੈ। ਆਓ ਦੇਖੀਏ ਅਸੀਂ ਕਿੰਨੇ ਕਦਮ ਪਿੱਛੇ ਜਾਣਾ ਹੈ। ਅਸੀਂ 4 ਕਦਮ ਪਿੱਛੇ ਜਾਣਾ ਹੈ। 1 2 3 4। ਤਾਂ ਬੱਚਿਓ ਸਾਡੇ ਕੋਲ ਕਿੰਨਾ ਆ ਗਿਆ? 22। 26 ਘਟਾਓ 4 22। ਅਗਲਾ ਸਵਾਲ ਹੈ 44 ਘਟਾਓ 4। ਬੱਚਿਓ ਸਾਨੂੰ 44 ਦਿੱਤਾ ਹੋਇਆ ਹੈ। आओ देखिए ਅਸੀਂ ਕਿੰਨੇ ਕਦਮ ਪਿੱਛੇ ਜਾਣਾ ਹੈ। 4 ਕਦਮ। 1 2 3 4। ਤਾਂ ਬੱਚਿਓ ਸਾਡੇ ਕੋਲ ਕਿੰਨਾ ਆ ਗਿਆ? 40। 44 ਘਟਾਓ 4 ਬਰਾਬਰ 40। ਤੀਸਰਾ ਸਵਾਲ ਹੈ 57 ਘਟਾਓ 8। ਬੱਚਿਓ ਸਾਨੂੰ 57 ਦਿੱਤਾ ਹੋਇਆ ਹੈ। आओ देखिए ਅਸੀਂ ਕਿੰਨੇ ਕਦਮ ਪਿੱਛੇ ਜਾਣਾ ਹੈ। 8 ਕਦਮ। 1 2 3 4 5 6 7 8। ਤਾਂ ਬੱਚਿਓ ਹੁਣ ਸਾਡੇ ਕੋਲ ਆ ਗਿਆ 49। ਤਾਂ 57 ਘਟਾਓ 8 ਬਰਾਬਰ 49। ਸਵਾਲ ਨੰਬਰ 6 ਘਟਾਓ ਕਰੋ। ਬੱਚਿਓ ਇਸ ਵਿੱਚ ਸਾਨੂੰ ਵੱਖ-ਵੱਖ ਸੰਖਿਆਵਾਂ ਦਿੱਤੀਆਂ ਹਨ। ਅਸੀਂ ਉੱਪਰ ਵਾਲੀ ਸੰਖਿਆ ਵਿੱਚੋਂ ਥੱਲੇ ਵਾਲੀ ਸੰਖਿਆ ਨੂੰ ਘਟਾਉਣਾ ਹੈ। 9 ਵਿੱਚੋਂ 0 ਘਟਾਏ 9 ਅਤੇ 3 ਵਿੱਚੋਂ 2 ਘਟਾਏ 1। ਤਾਂ ਬੱਚਿਓ 39 ਘਟਾਓ 20 19। ਸਵਾਲ ਨੰਬਰ 2 47 ਘਟਾਓ 27। 7 ਵਿੱਚੋਂ 7 ਗਏ 0 ਅਤੇ 4 ਵਿੱਚੋਂ 2 ਗਏ 2। ਤਾਂ ਬੱਚਿਓ 47 ਘਟਾਓ 27 20। ਬੱਚਿਓ ਅਗਲਾ ਸਵਾਲ ਹੈ 62 ਘਟਾਓ 49। ਬੱਚਿਓ 2 ਵਿੱਚੋਂ 9 ਨਹੀਂ ਘਟਾਏ ਜਾ ਸਕਦੇ ਕਿਉਂਕਿ 2 ਛੋਟੀ ਸੰਖਿਆ ਹੈ ਅਤੇ 9 ਵੱਡੀ ਸੰਖਿਆ ਹੈ। ਤਾਂ ਬੱਚਿਓ ਇੱਧਰ ਪਾਸੇ ਸਾਡੇ ਕੋਲ 6 ਦਹਾਈਆਂ ਹਨ। 6 ਦਹਾਈਆਂ ਬਰਾਬਰ ਹਨ 60 ਦੇ। ਤਾਂ ਬੱਚਿਓ ਅਸੀਂ ਇੱਧਰ ਵਾਲੇ ਪਾਸੇ ਤੋਂ ਇੱਕ ਦਹਾਈ ਇੱਧਰ ਲੈ ਆਵਾਂਗੇ। ਤਾਂ ਬੱਚਿਓ ਇੱਕ ਦਹਾਈ ਬਰਾਬਰ ਹੈ 10 ਦੇ। ਤਾਂ 10 ਅਤੇ 2 12। ਇੱਕ ਦਹਾਈ ਇੱਧਰ ਆ ਗਈ। ਤਾਂ ਬੱਚਿਓ ਇੱਥੇ ਸਾਡੇ ਕੋਲ ਕਿੰਨੀਆਂ ਦਹਾਈਆਂ ਰਹਿ ਗਈਆਂ? 5 ਦਹਾਈਆਂ। ਤਾਂ ਬੱਚਿਓ 12 ਘਟਾਓ 9 3। 5 ਘਟਾਓ 4 1। ਤਾਂ ਬੱਚਿਓ ਸਾਡੇ ਕੋਲ ਉੱਤਰ ਆ ਗਿਆ 13। ਸਵਾਲ ਨੰਬਰ 7 ਸੰਖਿਆ ਤੋੜ ਕੇ ਜੋੜ ਕਰੋ। ਇਸ ਵਿੱਚ ਬੱਚਿਓ ਸਾਨੂੰ 2 ਸੰਖਿਆਵਾਂ ਦਿੱਤੀਆਂ ਹਨ। ਜੋ ਸੰਖਿਆ ਛੋਟੀ ਹੈ ਉਸ ਨੂੰ ਅਸੀਂ ਤੋੜ ਕੇ ਲਿਖ ਲੈਂਦੇ ਹਾਂ। ਸੰਖਿਆ 25 ਨੂੰ ਅਸੀਂ ਕਿਸ ਤਰ੍ਹਾਂ ਤੋੜ ਸਕਦੇ ਹਾਂ ਬੱਚਿਓ? ਹਾਂਜੀ 20 ਅਤੇ 5। ਅੱਗੇ ਬੱਚਿਓ ਇਸ ਨੂੰ ਇਸੇ ਤਰ੍ਹਾਂ ਹੱਲ ਕਰ ਲੈਂਦੇ ਹਾਂ।
48 ਨੂੰ ਬੱਚਿਓ ਇਸੇ ਤਰ੍ਹਾਂ ਲਿਖ ਲੈਂਦੇ ਹਾਂ। ਜੋ ਸੰਖਿਆ ਅਸੀਂ ਤੋੜੀ ਹੈ ਉਸ ਨੂੰ ਅਸੀਂ ਉਸੇ ਤਰ੍ਹਾਂ ਲਿਖ ਲੈਂਦੇ ਹਾਂ 48 ਜਮਾ 20 ਜਮਾ 5। ਠੀਕ ਹੈ ਬੱਚਿਓ, ਅੱਗੇ ਇਸ ਦਾ ਜੋੜ ਕਰ ਲੈਂਦੇ ਹਾਂ 48 ਜਮਾ 20 68। ਸੰਖਿਆ 5 ਨੂੰ ਅਸੀਂ ਉਸੇ ਤਰ੍ਹਾਂ ਲਿਖ ਲੈਂਦੇ ਹਾਂ 68 ਜਮਾ 5। ਬੱਚੋ ਇਸ ਦਾ ਫਿਰ ਤੋਂ ਜੋੜ ਕਰ ਲੈਂਦੇ ਹਾਂ 68 ਜਮਾ 5 73। ਤਾਂ ਬੱਚਿਓ ਸਾਡਾ ਉੱਤਰ ਕੀ ਹੋਵੇਗਾ 73। Hello dear children, we have learned to read words having vowel sound A, E and I. Today we will do an exercise, choose the incorrect pair. We have given 4 pairs, each having a picture and a word. Children, we have to choose the pair in which the given word is not the same as the picture. So, let's begin. Come on, read the first word. Ma'am, it is web. Okay, now look at the picture. Is it a web? Yes, ma'am. So, the pair is correct. Let's go for option B. Read the word. Ma'am, it is bid. That's very good. And now look at the picture. Ma'am, it is a bed. Children, now you can see that picture and the word are not the same. So, option B is not correct. Let's read option C. Ma'am, it is and kid. And the picture also shows a kid. Yes, both are same. Ma'am, option D is map. Yes, and the picture also shows a map. Same, right? So, option D is again correct. So, the answer is option B, the incorrect one. Okay? Let's take one more set of pictures and words. Ma'am, option A is fan. Okay, now look at the picture. Ma'am, the picture shows fin. Yes, are they same? No, ma'am. Now read the option B. Ma'am, it is jar. Okay, now look at the picture. Ma'am, it is a jar. Yes, both are same. Ma'am, option C is red. Yes, now look at the picture. Yes, it shows red color. So, both are same. Ma'am, option D is mid. Yes, the word is same as the picture. So, tell me which pair is incorrect. Ma'am, it is option A. Very good, children. Now it's time to note down your homework. For your homework, I am giving you one more set of pictures and words. Do it by yourself.
जमात तीजी विशा पंजाबी पाठ 10वां आले पौले। प्यारे बच्चिओ तुसी कविता पढ़ चुके हो। इस विच ਵੱਖ-ਵੱਖ चीजां दी गल कीती गई है। आओ एक बार दोहराई करदे हां। ਇਹ ਤਸਵੀਰਾਂ ਨੂੰ ਪਹਿਚਾਣੋ। ਤੋਤਾ, ਚਿੜੀ, ਕਾਂ, ਇਹ ਕੀ ਹਨ ਬੱਚਿਓ? ਸ਼ਾਬਾਸ਼, ਪੰਛੀ, ਅੰਬਰ ਵਿੱਚ ਉੱਡਣ ਵਾਲੇ ਸਾਡੇ ਪਿਆਰੇ ਪਿਆਰੇ ਪੰਛੀ। ਇਹ ਕੀ ਹੋ ਰਿਹਾ ਹੈ? ਬੱਚੇ ਕੀ ਕਰ ਰਹੇ ਹਨ? ਖੇਡਾਂ ਖੇਡ ਰਹੇ ਹਨ। ਕਬੱਡੀ, ਗੁੱਲੀ ਡੰਡਾ, ਲੁਕਣ ਮੀਟੀ, ਬਹੁਤ ਮਜ਼ੇਦਾਰ ਖੇਡਾਂ। ਇਹ ਦੇਖੋ ਜੀ, ਘੋੜਾ, ਗਾਂ, ਗਾਲੜ। ਹਾਂਜੀ, ਇਹ ਸਭ ਕੀ ਨੇ ਬੱਚਿਓ? ਜਾਨਵਰ। ਸ਼ਾਬਾਸ਼ ਬੱਚਿਓ, ਜਾਨਵਰਾਂ ਦਾ ਸਾਡੀ ਜ਼ਿੰਦਗੀ 'ਚ ਬਹੁਤ ਮਹੱਤਵ ਹੈ। ਸਾਨੂੰ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਕੀ ਹੋ ਰਿਹਾ ਹੈ ਜੀ? ਡਰਾਇੰਗ। ਬਹੁਤ ਵਧੀਆ। ਇਹ ਕੀ ਹੈ? ਨੀਲਾ ਰੰਗ, ਚਿੱਟਾ ਰੰਗ, ਕਾਲਾ ਰੰਗ। ਹਾਂਜੀ, ਰੰਗਾਂ ਬਾਰੇ ਗੱਲ ਹੋ ਰਹੀ ਹੈ। ਆਓ ਹੁਣ ਇਸ ਸੰਬੰਧੀ ਪੰਨਾ ਨੰਬਰ 53 ਤੇ ਅਭਿਆਸ 7 ਕਰਦੇ ਹਾਂ। ਹੇਠ ਦਿੱਤੇ ਹੋਏ ਸ਼ਬਦਾਂ ਨੂੰ ਚੁਣ ਕੇ ਦਿੱਤੇ ਵਰਗਾਂ ਵਿੱਚ ਲਿਖੋ। ਦੇਖੋ ਬੱਚਿਓ, ਉੱਪਰ ਕੁਝ ਸ਼ਬਦ ਦਿੱਤੇ ਹਨ ਤੇ ਨੀਚੇ 4 ਵਰਗ ਬਣਾਏ ਹੋਏ ਹਨ। ਪੰਛੀ, ਖੇਡਾਂ, ਰੰਗ, ਜਾਨਵਰ। ਅਸੀਂ ਹੁਣ ਉੱਪਰੋਂ ਇੱਕ ਇੱਕ ਸ਼ਬਦ ਨੂੰ ਪੜਾਂਗੇ ਤੇ ਉਸ ਨੂੰ ਸਹੀ ਵਰਗ ਵਿੱਚ ਲਿਖਾਂਗੇ। ਤੋਤਾ, ਇਹ ਕਿਸ ਵਰਗ ਵਿੱਚ ਆਏਗਾ ਬੱਚਿਓ? ਸ਼ਾਬਾਸ਼, ਪੰਛੀ ਵਰਗ ਵਿੱਚ। ਘੋੜਾ, ਹਾਂਜੀ, ਕਿਸ ਵਰਗ ਵਿੱਚ ਆਏਗਾ? ਜੀ ਹਾਂ, ਜਾਨਵਰ ਵਰਗ ਵਿੱਚ। ਨੀਲਾ, ਬੱਚਿਓ ਦੱਸੋ ਇਹ ਕਿਹੜੇ ਵਰਗ ਵਿੱਚ ਆਏਗਾ? ਰੰਗ ਵਰਗ ਵਿੱਚ। ਸ਼ਾਬਾਸ਼। ਕਬੱਡੀ, ਤੁਹਾਡੀ ਮਨਪਸੰਦ ਖੇਡ। ਬਿਲਕੁਲ ਸਹੀ, ਖੇਡਾਂ ਵਰਗ ਵਿੱਚ। ਲੁਕਣ ਮੀਟੀ, ਕੀ ਕਿਹਾ ਜੀ? ਖੇਡਾਂ ਵਰਗ ਵਿੱਚ। ਸ਼ਾਬਾਸ਼। ਕਾਲਾ, ਜੀ ਹਾਂ, ਰੰਗ ਵਰਗ ਵਿੱਚ। ਚਿੱਟਾ, ਬਿਲਕੁਲ ਸਹੀ, ਰੰਗ ਵਰਗ ਵਿੱਚ। ਚਿੜੀ, ਕਿਸ ਵਰਗ ਵਿੱਚ ਆਏਗੀ? ਪੰਛੀ ਵਰਗ ਵਿੱਚ। ਸ਼ਾਬਾਸ਼। ਗਾਲੜ, ਠੀਕ ਹੈ ਜੀ, ਜਾਨਵਰ ਵਰਗ ਵਿੱਚ। ਗੁੱਲੀ ਡੰਡਾ, ਦੱਸੋ ਜੀ ਕਿਹੜੇ ਵਰਗ ਵਿੱਚ ਲਿਖਾਂਗੇ? ਸ਼ਾਬਾਸ਼, ਖੇਡਾਂ ਵਰਗ ਵਿੱਚ। ਗਾਂ, ਕਿਸ ਵਰਗ ਵਿੱਚ ਆਏਗੀ? ਬਿਲਕੁਲ ਸਹੀ, ਜਾਨਵਰ ਵਰਗ ਵਿੱਚ। ਕਾਂ, ਇਹ ਕਿਸ ਵਰਗ ਵਿੱਚ ਆਏਗਾ? ਬਿਲਕੁਲ ਠੀਕ, ਪੰਛੀ ਵਰਗ ਵਿੱਚ। ਘਰ ਦਾ ਕੰਮ ਪੰਨਾ ਨੰਬਰ 53 ਤੇ ਅਭਿਆਸ 7 ਤੁਸੀਂ ਸੋਹਣਾ ਆਪਣੀ ਕਾਪੀ ਤੇ ਕਰਨਾ ਹੈ ਅਤੇ ਇਸ ਨਾਲ ਚਿੱਤਰ ਬਣਾ ਕੇ ਰੰਗ ਵੀ ਭਰਨੇ ਹਨ। ਬੱਚਿਓ, ਇਸ ਤਰ੍ਹਾਂ ਦੇ ਪ੍ਰਸ਼ਨ ਪੈਸ ਵਿੱਚ ਵੀ ਪੁੱਛੇ ਜਾਣਗੇ। ਮੈਨੂੰ ਉਮੀਦ ਹੈ ਕਿ ਤੁਸੀਂ ਪੈਸ ਦੀ ਤਿਆਰੀ ਕਰ ਰਹੇ ਹੋਵੋਗੇ। ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਵੱਖ-ਵੱਖ ਤਰੀਕਿਆਂ ਦੇ ਨਾਲ ਗੁਣਾ ਕਰਨਾ ਸਿੱਖਾਂਗੇ। ਆਓ ਬੱਚਿਓ, ਸਭ ਤੋਂ ਪਹਿਲੇ ਕਰੰਸੀ ਨੋਟਾਂ ਦੀ ਮਦਦ ਦੇ ਨਾਲ ਦੇਖਦੇ ਹਾਂ। ਬੱਚਿਓ, ਹਰਨੀਤ ਨੂੰ ਉਸਦੇ ਘਰ ਦੇ 4 ਮੈਂਬਰਾਂ ਨੇ 12-12 ਰੁਪਏ ਦਿੱਤੇ। ਭਾਵ ਆਓ ਇਹਨਾਂ ਨੂੰ ਜੋੜ ਕੇ ਦੇਖੀਏ। 12-12 24, 24 ਤੇ 12 36 ਤੇ 36 ਦੇ ਵਿੱਚ ਜਦੋਂ 12 ਜੋੜੇ ਸਾਡੇ ਕੋਲ ਹੋ ਗਏ ਬਿਲਕੁਲ ਠੀਕ 48 ਰੁਪਏ। ਸੋ ਹਰਨੀਤ ਨੂੰ ਉਸਦੇ ਘਰ ਦੇ 4 ਮੈਂਬਰਾਂ ਨੇ ਦਿੱਤੇ 48 ਰੁਪਏ। ਤੇ ਬੱਚਿਓ, ਇੱਥੇ ਸਾਡੇ ਕੋਲ ਹਨ 4 ਵਾਰ 12 ਭਾਵ 12 ਚੌਕ 48। ਦੂਸਰੇ ਤਰੀਕੇ ਵਿੱਚ ਪਿਆਰੇ ਬੱਚਿਓ ਦੇਖੋ, ਅਸੀਂ ਕਰੰਸੀ ਨੋਟਾਂ ਦੇ ਵਿੱਚ 10-10 ਦੇ ਨੋਟਾਂ ਨੂੰ ਇੱਕ ਪਾਸੇ ਰੱਖ ਲਿਆ ਅਤੇ 2-2 ਦੇ ਨੋਟਾਂ ਨੂੰ ਇੱਕ ਪਾਸੇ ਰੱਖ ਲਿਆ। ਤੇ ਬੱਚੇ ਆਓ ਸਭ ਤੋਂ ਪਹਿਲੇ 10-10 ਦੇ ਨੋਟਾਂ ਦੀ ਗਿਣਤੀ ਕਰੀਏ। 10, 10, 20, 20, 10, 30, 30, 10, 40। ਤੇ ਬੱਚਿਓ, ਇੱਥੇ ਸਾਡੇ ਕੋਲ ਹਨ 4 ਵਾਰ 10 ਭਾਵ 10 ਚੌਕੇ 40। ਤੇ ਬੱਚਿਓ, ਆਓ ਹੁਣ 2-2 ਰੁਪਏ ਦੇ ਨੋਟਾਂ ਨੂੰ ਜੋੜ ਕੇ ਦੇਖੀਏ। 2 ਤੇ 2 4, 4 ਤੇ 2 6, 6 ਤੇ 2 8। ਇੱਥੇ ਸਾਡੇ ਕੋਲ ਹਨ 4 ਵਾਰ 2 ਭਾਵ 2 ਚੌਕੇ 8। ਤੇ ਹੁਣ ਮੇਰੇ ਪਿਆਰੇ ਬੱਚਿਓ ਦੇਖੋ, ਹਰਨੀਤ ਨੂੰ ਉਸਦੇ ਘਰ ਦੇ 4 ਜੀਆਂ ਨੇ ਕਿੰਨੇ ਰੁਪਏ ਦਿੱਤੇ?
40 जोड़ 8 बराबर है 48 रुपए। ਬੱਚਿਓ ਦੇਖੋ ਅਸੀਂ 12 ਨੂੰ 10 ਅਤੇ 2 ਦੇ ਵਿੱਚ ਤੋੜ ਕੇ ਕਰੰਸੀ ਨੋਟਾਂ ਦੀ ਮਦਦ ਨਾਲ ਗੁਣਾ ਕਰਨੀ ਸਿੱਖ ਲਈ ਹੈ। ਹੁਣ ਅਸੀਂ ਖਾਨਿਆਂ ਦੀ ਮਦਦ ਦੇ ਨਾਲ ਗੁਣਾ ਕਰਨੀ ਸਿੱਖਾਂਗੇ। ਹਰਨੀਤ ਨੂੰ ਉਸਦੇ ਘਰ ਦੇ 4 ਮੈਂਬਰਾਂ ਨੇ 12-12 ਰੁਪਏ ਦਿੱਤੇ ਸਨ। ਸੋ ਬੱਚਿਓ ਸਾਡੇ ਕੋਲ ਖੱਬੇ ਤੋਂ ਸੱਜੇ ਵੱਲ ਹਨ 12 ਖਾਨੇ ਅਤੇ ਉੱਪਰ ਤੋਂ ਥੱਲੇ ਵੱਲ ਹਨ 4 ਖਾਨੇ। ਬੱਚਿਓ ਹੁਣ ਅਸੀਂ 12 ਨੂੰ 10 ਅਤੇ 2 ਦੇ ਵਿੱਚ ਤੋੜ ਲਿਆ ਹੈ। ਸੋ ਸਾਡੇ ਕੋਲ ਇਸ ਪਾਸੇ ਚਿੱਟੇ ਖਾਨਿਆਂ ਦੀ ਕਿੰਨੀ ਗਿਣਤੀ ਹੋਗੀ? ਆਓ ਦੇਖੀਏ 10 20 30 40 ਭਾਵ 40 ਖਾਨੇ। ਅਤੇ ਇਸ ਨੂੰ ਅਸੀਂ ਲਿਖ ਸਕਦੇ ਹਾਂ 10 ਚੌਕੇ 40। ਬੱਚਿਓ ਇਸ ਪਾਸੇ ਦੇਖੋ ਸਾਡੇ ਕੋਲ ਖੱਬੇ ਤੋਂ ਸੱਜੇ ਹਨ 2 ਖਾਨੇ ਅਤੇ ਉੱਪਰ ਤੋਂ ਹੇਠਾਂ ਵੱਲ ਹਨ 4 ਖਾਨੇ। ਤੇ ਇਹ ਸਾਰੇ ਖਾਨੇ ਕਿੰਨੇ ਹੋ ਗਏ? ਆਓ ਦੇਖੀਏ 2 4 6 8 ਭਾਵ 8 ਖਾਨੇ। ਅਤੇ ਇਸ ਨੂੰ ਅਸੀਂ ਲਿਖਦੇ ਹਾਂ 2 ਚੌਕੇ 8। ਤੇ ਪਿਆਰੇ ਬੱਚਿਓ ਜਦੋਂ ਅਸੀਂ ਰੰਗਦਾਰ ਖਾਨੇ ਚਿੱਟੇ ਖਾਨਿਆਂ ਦੇ ਨਾਲ ਜੋੜ ਦਿੱਤੇ ਤਾਂ ਸਾਡੇ ਕੋਲ ਸਾਰੇ ਖਾਨੇ ਹੋ ਗਏ ਬਿਲਕੁਲ ਠੀਕ। 40 ਜੋੜ 8 ਬਰਾबर है 48 ਖਾਨੇ। ਤੇ ਬੱਚਿਓ ਇਸ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ 12 ਚੌਕ 48। ਸੋ ਬੱਚਿਓ ਅੱਜ ਅਸੀਂ ਕਰੰਸੀ ਨੋਟਾਂ ਦੀ ਮਦਦ ਦੇ ਨਾਲ ਅਤੇ ਖਾਨਿਆਂ ਦੀ ਮਦਦ ਦੇ ਨਾਲ ਗੁਣਾ ਕਰਨੀ ਸਿੱਖ ਲਈ। ਅਤੇ ਅਸੀਂ ਦੇਖਿਆ ਕਿ ਜਦੋਂ ਅਸੀਂ 12 ਨੂੰ 10 ਅਤੇ 2 ਦੇ ਵਿੱਚ ਤੋੜ ਕੇ ਲਿਖਿਆ ਤਾਂ ਹਰ ਵਾਰ ਸਾਡਾ ਉੱਤਰ ਗੁਣਾ ਕਰਨ ਤੇ 48 ਹੀ ਪ੍ਰਾਪਤ ਹੋਇਆ। ਬੱਚਿਓ ਹੁਣ ਵਾਰੀ ਹੈ ਪੈਸ ਦੇ ਸਵਾਲ ਦੀ। ਆਓ ਦੇਖੀਏ ਸੰਖਿਆ 12 ਨੂੰ ਤੋੜ ਕੇ ਕਿਸ ਕਿਸ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ। ਊੜਾ 10 ਜਮਾ 2, ਐੜਾ 2 ਜਮਾ 2 ਜਮਾ 2 ਜਮਾ 2 ਜਮਾ 2 ਜਮਾ 2, ਈੜੀ 6 ਵਾਰ 2, ਸੱਸਾ ਉਪਰੋਕਤ ਸਾਰੇ। ਬੱਚਿਓ ਤੁਹਾਨੂੰ ਪਤਾ ਹੈ 10 ਜਮਾ 2 12, 2 ਤੇ 2 4, 4 ਤੇ 2 6, 6 ਤੇ 2 8, 8 ਤੇ 2 10, 10 ਤੇ 2 12, 6 ਵਾਰ 2 ਭਾਵ 2 ਗੁਣਾ 6 ਬਰਾबर है 12। ਸੋ ਸਾਡਾ ਸਹੀ ਉੱਤਰ ਕੀ ਹੋਏਗਾ? ਉਪਰੋਕਤ ਸਾਰੇ। ਘਰ ਦੇ ਕੰਮ ਵਿੱਚ ਪਿਆਰੇ ਬੱਚਿਓ ਤੁਸੀਂ ਆਪਣੀ ਗਣਿਤੀ ਪਾਠ ਪੁਸਤਕ ਦੇ ਪੰਨਾ ਨੰਬਰ 88 ਉੱਪਰ ਦਿੱਤੇ 2 ਅੰਕੀ ਸੰਖਿਆਵਾਂ ਨੂੰ 1 ਅੰਕੀ ਸੰਖਿਆਵਾਂ ਨਾਲ ਗੁਣਾ ਕਰੀਏ ਵਿੱਚ ਆਓ ਕਰੀਏ ਦੇ ਸਵਾਲ ਆਪਣੀ ਕਾਪੀਆਂ ਦੇ ਵਿੱਚ ਹੱਲ ਕਰਨੇ ਹਨ। ਧੰਨਵਾਦ। Hello dear kids, we have read he has a grandfather clock. In the morning it rings at 6 a.m. and wakes him up. Let's read further. I brush, beer, br. You sound a. Br. sh, sh. Brush. I brush my teeth. Teeth. And take bath. Look, he is brushing his teeth and here he is bathing. I brush my teeth and take bath. I put on my school. Here letter H is silent. School. Uniform. Uniform. And get ready ready for the school. Look, he is wearing his school uniform and gets ready for the school. I put on my school uniform and get ready for the school. Next sentence. My mother. Here letter R is almost silent. Okay? Serves
Likewise, here letter RS almost silent. Serves. Me. Yes, BREAK, break. FAST, fast. But jointly, how to pronounce it? Break first. Don't say break fast. It is break first. Look, his mother is serving him a morning meal. Means breakfast. My mother serves me breakfast. Yes, children, what time is it? 7:30. Look, his school bus has arrived at 7:30 a.m. He boards it and reaches the school on time. When the clock strikes, STR, strikes 7:30 a.m. my school bus arrives. I board it and reach the school on time. Here it is used for a bus. In this way, I follow my home timetable. At 6 a.m. to wake up, at 6:30 a.m. brushing and bathing, at 7 a.m. having breakfast, at 7:30 to catch the school bus. Now it's time for PAS preparation. Question 1. Which word is correct for the picture? We use word teeth for many teeth and word tooth for one tooth. Next question is for you. You have to fill this blank. My mother serves me in the morning. Yes, his mother is serving him. Guess? That is all for today. Bye bye. See you soon. ਵਾਤਾਵਰਣ ਸਿੱਖਿਆ ਜਮਾਤ ਤੀਸਰੀ ਪਾਠ 10 ਪਰਿਵਾਰ ਅਤੇ ਜਾਨਵਰ। ਬੱਚਿਓ, ਤੁਸੀਂ ਇਸ ਪਾਠ ਦੇ ਅਭਿਆਸ ਦੇ ਪ੍ਰਸ਼ਨ ਉੱਤਰ ਕਰ ਰਹੇ ਸੀ। ਅੱਜ ਅਸੀਂ ਬਾਕੀ ਰਹਿੰਦੇ ਪ੍ਰਸ਼ਨ ਉੱਤਰ ਕਰਾਂਗੇ। ਬੱਚਿਓ, ਸਾਡਾ ਪਹਿਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 6। ਕੁਝ ਪਾਲਤੂ ਜਾਨਵਰਾਂ ਦੇ ਨਾਮ ਲਿਖੋ। ਹਾਂਜੀ ਬੱਚਿਓ, ਕੀ ਤੁਸੀਂ ਮੈਨੂੰ ਦੱਸ ਸਕਦੇ ਹੋ? ਆਓ ਪਹਿਲਾਂ ਅਸੀਂ ਕੁਝ ਤਸਵੀਰਾਂ ਵੇਖੀਏ। ਬੱਚਿਓ, ਵੇਖੋ ਤਾਂ ਇਹਨਾਂ ਤਸਵੀਰਾਂ ਨੂੰ। ਕੀ ਤੁਸੀਂ ਇਹਨਾਂ ਜਾਨਵਰਾਂ ਨੂੰ ਕਿਤੇ ਵੇਖਿਆ ਹੈ? ਹਾਂਜੀ, ਸ਼ਾਬਾਸ਼, ਤੁਸੀਂ ਇਹਨਾਂ ਨੂੰ ਜ਼ਰੂਰ ਵੇਖਿਆ ਹੋਵੇਗਾ ਕਿਉਂਕਿ ਅਸੀਂ ਇਹਨਾਂ ਨੂੰ ਆਪਣੇ ਘਰਾਂ ਵਿੱਚ ਪਾਲਦੇ ਹਾਂ। ਇਸ ਲਈ ਇਹ ਪਾਲਤੂ ਜਾਨਵਰ ਹਨ। ਵੇਖੋ ਬੱਚਿਓ, ਗਾਂ, ਮੱਝ, ਬੱਕਰੀ, ਕੁੱਤਾ ਅਤੇ ਮੁਰਗੀਆਂ। ਚਲੋ ਫਿਰ ਹੁਣ ਅਸੀਂ ਆਪਣਾ ਉੱਤਰ ਲਿਖੀਏ। ਗਾਂ, ਮੱਝ, ਬੱਕਰੀ, ਮੁਰਗੀਆਂ, ਕੁੱਤਾ ਆਦਿ। ਅਗਲਾ ਪ੍ਰਸ਼ਨ ਹੈ ਕੁਝ ਜੰਗਲੀ ਜਾਨਵਰਾਂ ਦੇ ਨਾਮ ਲਿਖੋ। ਜੰਗਲੀ ਜਾਨਵਰ ਕਿਹੜੇ ਹੁੰਦੇ ਨੇ? ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ। ਆਓ ਫਿਰ ਵੇਖੀਏ ਕੁਝ ਜੰਗਲੀ ਜਾਨਵਰ। ਕੀ ਤੁਸੀਂ ਇਹ ਤਸਵੀਰਾਂ ਵੇਖ ਕੇ ਮੈਨੂੰ ਇਹਨਾਂ ਦੇ ਨਾਮ ਦੱਸ ਸਕਦੇ ਹੋ? ਤੁਸੀਂ ਪਾਠ ਵਿੱਚ ਇਹਨਾਂ ਬਾਰੇ ਪੜ੍ਹ ਚੁੱਕੇ ਹੋ। ਹਾਂਜੀ, ਦੱਸੋ ਤਾਂ ਬੱਚਿਓ, ਕਿਸ ਦੀ ਤਸਵੀਰ ਹੈ? ਸ਼ਾਬਾਸ਼, ਇਹ ਹੈ ਸ਼ੇਰ। ਆ ਵੇਖੋ, ਹਿਰਨ, ਹਾਥੀ, ਚੀਤਾ। ਇਹ ਹੈ ਬੱਚਿਓ ਅਜਗਰ। ਚਲੋ ਫਿਰ ਅਸੀਂ ਆਪਣਾ ਉੱਤਰ ਕਰੀਏ। ਵੇਖੋ ਸਾਡਾ ਉੱਤਰ ਸ਼ੇਰ, ਚੀਤਾ, ਅਜਗਰ, ਹਾਥੀ ਅਤੇ ਹਿਰਨ ਆਦਿ। ਇਹ ਸਭ ਬੇਟਾ ਜੰਗਲੀ ਜਾਨਵਰ ਹਨ।
ਆਓ ਹੁਣ ਅਗਲਾ ਪ੍ਰਸ਼ਨ ਕਰੀਏ। ਪ੍ਰਸ਼ਨ ਨੰਬਰ 8, ਚੂਹਾ ਘਰ ਵਿੱਚ ਕੀ ਖਾਣ ਆਉਂਦਾ ਹੈ? ਚੂਹਾ ਘਰ ਵਿੱਚ ਅਨਾਜ ਜਿਵੇਂ ਕਿ ਕਣਕ, ਮੱਕੀ ਖਾਣ ਲਈ ਆ ਜਾਂਦਾ ਹੈ। ਪ੍ਰਸ਼ਨ ਨੰਬਰ 9, ਸੱਪ ਕਦੇ-ਕਦੇ ਸਾਡੇ ਘਰ ਵਿੱਚ ਕਿਉਂ ਆ ਜਾਂਦੇ ਹਨ? ਬੱਚਿਓ ਵੇਖੋ ਸੱਪ ਦੀ ਤਸਵੀਰ। ਸੱਪ ਭੋਜਨ ਦੀ ਤਲਾਸ਼ ਵਿੱਚ ਅਤੇ ਛੁਪਣ ਲਈ ਸਾਡੇ ਘਰ ਵਿੱਚ ਆ ਜਾਂਦੇ ਹਨ। ਠੀਕ ਹੈ ਬੱਚਿਓ। ਇਹ ਸੀ ਸਾਡਾ ਪਾਠ ਪਰਿਵਾਰ ਅਤੇ ਜਾਨਵਰ। ਜਾਨਵਰ ਚਾਹੇ ਪਾਲਤੂ ਹੋਣ ਚਾਹੇ ਜੰਗਲੀ, ਸਾਨੂੰ ਸਭ ਨੂੰ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਦੋਵੇਂ ਹੀ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹਨ। ਸਾਨੂੰ ਇਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਆਓ ਹੁਣ ਆਪਣਾ ਘਰ ਦਾ ਕੰਮ ਨੋਟ ਕਰੋ। ਅਭਿਆਸ ਵਿੱਚ ਕਰਵਾਏ ਪ੍ਰਸ਼ਨ ਉੱਤਰ ਨੂੰ ਆਪਣੀ ਕਾਪੀ ਵਿੱਚ ਲਿਖੋ। ਪਿਆਰੇ ਬੱਚਿਓ, ਤੁਸੀਂ ਮੇਰੇ ਨਿਸ਼ਾਨੇ ਕਵਿਤਾ ਵਿਚਲੇ ਬੱਚੇ ਦੀ ਜ਼ਿੰਦਗੀ ਦੇ ਨਿਸ਼ਾਨਿਆਂ ਬਾਰੇ ਤਾਂ ਸਾਰਿਆਂ ਨੇ ਜਾਣ ਲਿਆ ਹੈ ਕਿ ਉਹ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦਾ ਹੈ। ਇਸੇ ਤਰ੍ਹਾਂ ਬੱਚਿਓ, ਤੁਹਾਡੀ ਜ਼ਿੰਦਗੀ ਦੇ ਵੀ ਨਿਸ਼ਾਨੇ ਜ਼ਰੂਰ ਹੋਣਗੇ। ਤੁਸੀਂ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹੋ? ਤਾਂ ਆਓ ਫਿਰ ਅੱਜ ਜਾਣਦੇ ਹਾਂ ਤੁਹਾਡੀ ਜ਼ਿੰਦਗੀ ਦੇ ਨਿਸ਼ਾਨਿਆਂ ਬਾਰੇ। ਇਸ ਲਈ ਕਰਦੇ ਹਾਂ ਅਸੀਂ ਇੱਕ ਰੌਚਕ ਜੀ ਗਤੀਵਿਧੀ, ਸਿਰਜਣਾਤਮਕ ਪਰਖ। ਤਾਂ ਬੱਚਿਓ, ਸਿਰਜਣਾਤਮਕ ਪਰਖ ਕੀ ਹੁੰਦੀ ਹੈ? ਜਦੋਂ ਅਸੀਂ ਇੱਕ ਸ਼ਬਦ ਲੈਂਦੇ ਹਾਂ ਤੇ ਉਸ ਨਾਲ ਮਿਲਦੇ ਜੁਲਦੇ ਬਹੁਤ ਸਾਰੇ ਸ਼ਬਦ ਸਾਡੇ ਦਿਮਾਗ ਵਿੱਚ ਆ ਜਾਂਦੇ ਹਨ, ਉਸ ਨੂੰ ਕਹਿੰਦੇ ਹਨ ਸਿਰਜਣਾਤਮਕ ਪਰਖ। ਤਾਂ ਅਸੀਂ ਅੱਜ ਸ਼ਬਦ ਲੈਂਦੇ ਹਾਂ ਮੇਰੇ ਨਿਸ਼ਾਨੇ ਤੇ ਕਰਦੇ ਹਾਂ ਸ਼ੁਰੂ ਸਿਰਜਣਾਤਮਕ ਪਰਖ। ਬੱਚੋ, ਸਭ ਤੋਂ ਪਹਿਲਾਂ ਅਸੀਂ ਪੁੱਛਦੇ ਹਾਂ ਹਰਮਨ ਨੂੰ ਕਿ ਉਸ ਦੀ ਜ਼ਿੰਦਗੀ ਦਾ ਕੀ ਨਿਸ਼ਾਨਾ ਹੈ, ਉਹ ਵੱਡਾ ਹੋ ਕੇ ਕੀ ਬਣੇਗਾ। ਸ਼ਾਬਾਸ਼ ਪੁੱਤਰ ਹਰਮਨ। ਬੱਚੋ, ਹਰਮਨ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਫੌਜੀ ਬਣੇਗਾ। ਫੌਜੀ ਬਣ ਕੇ ਹਰਮਨ ਦੇਸ਼ ਦੀ ਰੱਖਿਆ ਲਈ ਦੁਸ਼ਮਣ ਨਾਲ ਲੜੇਗਾ ਤੇ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰੇਗਾ। ਤਾਂ ਬੱਚੋ, ਅਸੀਂ ਇੱਥੇ ਲਿਖਦੇ ਹਾਂ ਫੌਜੀ। ਹਾਂ ਬਈ, ਹੁਣ ਪੁੱਛਦੇ ਹਾਂ ਸਹਿਜ ਤੋਂ। ਦੱਸੋ ਸਹਿਜ ਬੱਚੇ, ਤੁਸੀਂ ਵੱਡੇ ਹੋ ਕੇ ਕੀ ਬਣੋਗੇ? ਸ਼ਾਬਾਸ਼ ਬੇਟਾ ਸਹਿਜ। ਸਹਿਜ ਨੇ ਵੱਡੇ ਹੋ ਕੇ ਡਾਕਟਰ ਬਣਨਾ ਹੈ। ਸਹਿਜ ਡਾਕਟਰ ਬਣ ਕੇ ਮਰੀਜ਼ਾਂ ਦਾ ਇਲਾਜ ਕਰੇਗਾ, ਬੇਸਹਾਰਿਆਂ ਤੇ ਗਰੀਬਾਂ ਦਾ ਮੁਫਤ ਵਿੱਚ ਇਲਾਜ ਕਰੇਗਾ। ਬੱਚਿਓ, ਫਿਰ ਅਸੀਂ ਇੱਥੇ ਲਿਖਾਂਗੇ ਡਾਕਟਰ। ਹਾਂ ਵੀ ਬੱਚਿਓ, ਹਰਮਨ ਫੌਜੀ ਬਣੇਗਾ ਤੇ ਸਹਿਜ ਡਾਕਟਰ। ਤੇ ਹੁਣ ਪੁੱਛਦੇ ਹਾਂ ਕੋਮਲ ਤੋਂ ਕਿ ਉਹ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੀ ਹੈ, ਉਸ ਦੀ ਜ਼ਿੰਦਗੀ ਦਾ ਕੀ ਨਿਸ਼ਾਨਾ ਹੈ। ਬੱਲੇ ਕੋਮਲ। ਕੋਮਲ ਕਹਿੰਦੀ ਹੈ ਕਿ ਉਹ ਵੱਡੀ ਹੋ ਕੇ ਇੱਕ ਪੁਲਿਸ ਅਫਸਰ ਬਣੇਗੀ। ਕੋਮਲ ਦਾ ਕਹਿਣਾ ਹੈ ਕਿ ਉਹ ਪੁਲਿਸ ਅਫਸਰ ਬਣ ਕੇ ਸਮਾਜ ਦੀ ਸੇਵਾ ਕਰੇਗੀ ਤੇ ਕਾਨੂੰਨ ਦੀ ਰੱਖਿਆ ਕਰੇਗੀ। ਬੱਚਿਓ, ਤਾਂ ਫਿਰ ਅਸੀਂ ਇੱਥੇ ਲਿਖਾਂਗੇ ਪੁਲਿਸ ਅਫਸਰ। ਹੁਣ ਵਾਰੀ ਹੈ ਜੋਤ ਦੀ। ਹਾਂ ਵੀ ਜੋਤ, ਤੁਸੀਂ ਦੱਸੋ ਪੁੱਤਰ, ਤੁਸੀਂ ਵੱਡੇ ਹੋ ਕੇ ਕੀ ਬਣੋਗੇ? ਬੱਚਿਓ, ਜੋਤ ਦਾ ਕਹਿਣਾ ਹੈ ਕਿ ਮੈਂ ਵੱਡੀ ਹੋ ਕੇ ਤੁਹਾਡੇ ਵਾਂਗੂ ਅਧਿਆਪਕਾ ਬਣਾਂਗੀ। ਅਧਿਆਪਕ ਬਣ ਕੇ ਜੋਤ ਸਮਾਜ ਵਿੱਚ ਗਿਆਨ ਵੰਡਣਾ ਚਾਹੁੰਦੀ ਹੈ। ਸ਼ਾਬਾਸ਼ ਬੇਟਾ ਜੋਤ, ਤੁਸੀਂ ਇੱਕ ਦਿਨ ਜ਼ਰੂਰ ਅਧਿਆਪਕ ਬਣੋਗੇ। ਤਾਂ ਬੱਚਿਓ, ਫਿਰ ਅਸੀਂ ਇੱਥੇ ਲਿਖਾਂਗੇ ਅਧਿਆਪਕ। ਤਾਂ ਬੱਚਿਓ, ਹੁਣ ਪੁੱਛਦੇ ਹਾਂ ਅਸੀਂ ਏਕਮ ਤੋਂ। ਹਾਂ ਬਈ ਬੇਟਾ ਏਕਮ, ਤੁਸੀਂ ਦੱਸੋ ਤੁਹਾਡੀ ਜ਼ਿੰਦਗੀ ਦਾ ਕੀ ਨਿਸ਼ਾਨਾ ਹੈ? ਤੁਸੀਂ ਵੱਡੇ ਹੋ ਕੇ ਕੀ ਬਣੋਗੇ? ਸ਼ਾਬਾਸ਼। ਏਕਮ ਦਾ ਕਹਿਣਾ ਹੈ ਉਹ ਵੱਡਾ ਹੋ ਕੇ ਕਿਸਾਨ ਬਣੇਗਾ। ਉਹ ਪੜ੍ਹ ਲਿਖ ਕੇ ਚੰਗੇ ਬੀਜਾਂ ਤੇ ਚੰਗੀਆਂ ਖਾਦਾਂ ਦੀ ਵਰਤੋਂ ਕਰਕੇ ਚੰਗੇ ਝਾੜ ਵਾਲੀਆਂ ਫਸਲਾਂ ਪੈਦਾ ਕਰੇਗਾ ਤੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਵੇਗਾ। ਬਹੁਤ ਵਧੀਆ ਪੁੱਤਰ ਏਕਮ। ਫਿਰ ਅਸੀਂ ਇੱਥੇ ਲਿਖਾਂਗੇ ਕਿਸਾਨ। ਹੁਣ ਵਾਰੀ ਹੈ ਜਸ਼ਨ ਦੀ। ਜਸ਼ਨ, ਤੁਹਾਡੀ ਜ਼ਿੰਦਗੀ ਦਾ ਕੀ ਨਿਸ਼ਾਨਾ ਹੈ? ਸ਼ਾਬਾਸ਼ ਪੁੱਤਰ ਜਸ਼ਨ। ਜਸ਼ਨ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਜੱਜ ਬਣੇਗਾ ਤੇ ਸੱਚਾਈ ਦੇ ਰਾਹ ਤੇ ਚੱਲਦਿਆਂ ਫੈਸਲੇ ਕਰਿਆ ਕਰਾਂਗਾ, ਬੇਦੋਸ਼ੀਆਂ ਨੂੰ ਨਿਆਂ ਦਿਵਾਵਾਂਗਾ। ਬੱਚਿਓ, ਅਸੀਂ ਇੱਥੇ ਲਿਖਾਂਗੇ ਜੱਜ। ਤਾਂ ਬੱਚਿਓ, ਇਹ ਤਾਂ ਸੀ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਨਿਸ਼ਾਨੇ। ਤਾਂ ਬੱਚਿਓ, ਇਹਨਾਂ ਬੱਚਿਆਂ ਵਿੱਚ ਕੋਈ ਫੌਜੀ, ਕੋਈ ਡਾਕਟਰ, ਕੋਈ ਪੁਲਿਸ ਅਫਸਰ, ਕੋਈ ਬੱਚਾ ਅਧਿਆਪਕ
ਤੇ ਕੋਈ ਬੱਚਾ ਕਿਸਾਨ ਤੇ ਕੋਈ ਬੱਚਾ ਜੱਜ ਬਣਨਾ ਚਾਹੁੰਦਾ ਹੈ। ਤਾਂ ਬੱਚੋ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਨਿਸ਼ਾਨੇ ਵੀ ਜ਼ਰੂਰ ਹੋਣਗੇ ਜੋ ਤੁਸੀਂ ਆਪਣੇ ਅਧਿਆਪਕਾਂ ਨਾਲ ਸਾਂਝੇ ਕਰਦੇ ਹੋ। ਹਾਂਜੀ ਬੱਚਿਓ, ਹੁਣ ਵਾਰੀ ਹੈ ਸਾਡੇ ਘਰ ਦੇ ਕੰਮ ਦੀ। ਉਮੀਦ ਹੈ ਅੱਜ ਦੀ ਇਹ ਕਰਵਾਈ ਗਈ ਦਿਲਚਸਪ ਗਤੀਵਿਧੀ ਤੁਹਾਨੂੰ ਪਸੰਦ ਆਈ ਹੋਵੇਗੀ। ਬੱਚਿਓ, ਹੁਣ ਤੁਸੀਂ ਕੋਈ ਇੱਕ ਸ਼ਬਦ ਲੈ ਕੇ ਉਸ ਉੱਪਰ ਸਿਰਜਣਾਤਮਕ ਪਰਖ ਕਰਨੀ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡਾ ਅਧਿਆਇ 3 ਭਿੰਨਾਤਮਕ ਸੰਖਿਆਵਾਂ ਚੱਲ ਰਿਹਾ ਹੈ ਤੇ ਅੱਜ ਅਸੀਂ ਅਭਿਆਸ 3.2 ਦਾ ਦੂਸਰਾ ਸਵਾਲ ਹੱਲ ਕਰਦੇ ਹਾਂ ਤੇ ਚਲੋ ਸ਼ੁਰੂ ਕਰੀਏ। ਬੱਚਿਓ, ਅਭਿਆਸ 3.2 ਦਾ ਦੂਸਰਾ ਸਵਾਲ ਹੈ, ਹੇਠਾਂ ਦਿੱਤੀਆਂ ਪਿੰਨਾਂ ਵਿੱਚ ਹਰੇਕ ਪਿੰਨ ਲਈ ਅਗਲੀਆਂ 5 ਤੁੱਲ ਪਿੰਨਾਂ ਲਿਖੋ। ਬੱਚਿਓ, ਸਾਨੂੰ ਇੱਕ ਪਿੰਨ ਦਿੱਤੀ ਗਈ ਹੈ ਤੇ ਅਸੀਂ ਇਸ ਦੀਆਂ ਅਗਲੀਆਂ 5 ਤੁੱਲ ਪਿੰਨਾਂ ਲਿਖਣੀਆਂ ਨੇ ਤੇ ਆਓ ਅਸੀਂ ਇਸ ਦਾ ਊੜਾ ਭਾਗ ਹੱਲ ਕਰਦੇ ਹਾਂ। ਬੱਚਿਓ, ਸਾਨੂੰ ਪਿੰਨ ਦਿੱਤੀ ਹੈ 1/2 ਭਾਵ 2 ਬਰਾਬਰ ਹਿੱਸਿਆਂ ਵਿੱਚੋਂ ਇੱਕ ਹਿੱਸਾ। ਬੱਚਿਓ, ਹੁਣ ਅਸੀਂ 1/2 ਦੀਆਂ ਅਗਲੀਆਂ 5 ਤੁੱਲ ਪਿੰਨਾਂ ਲਿਖਣੀਆਂ ਨੇ ਤੇ ਚਲੋ ਸ਼ੁਰੂ ਕਰੀਏ। ਬੱਚਿਓ, ਮੈਂ ਇੱਕ ਆਕ੍ਰਿਤੀ ਲਈ ਹੈ ਤੇ ਇਸ ਨੂੰ 4 ਬਰਾਬਰ ਹਿੱਸਿਆਂ ਵਿੱਚੋਂ 2 ਬਰਾਬਰ ਹਿੱਸਿਆਂ ਵਿੱਚ ਰੰਗ ਭਰੇ ਨੇ ਤੇ ਹੁਣ ਦੇਖੋ ਇਹ ਦੋਵੇਂ ਆਕ੍ਰਿਤੀਆਂ ਸਮਾਨ ਹਿੱਸੇ ਨੂੰ ਦਰਸਾ ਰਹੀਆਂ ਨੇ। ਹਾਂਜੀ, ਇਹ ਦੋਵੇਂ ਸਮਾਨ ਹਿੱਸੇ ਨੂੰ ਦਰਸਾ ਰਹੀਆਂ ਨੇ ਤੇ ਇਸ ਆਕ੍ਰਿਤੀ ਦੀ ਭਿੰਨ ਕੀ ਹੋਏਗੀ? 4 ਬਰਾਬਰ ਹਿੱਸਿਆਂ ਵਿੱਚੋਂ 2 ਹਿੱਸੇ ਭਾਵ 2/4। ਬੱਚਿਓ, ਹੁਣ ਅਸੀਂ 1/2 ਨੂੰ ਕਿਹੜੀ ਸੰਖਿਆ ਨਾਲ ਗੁਣਾ ਕਰਾਂਗੇ ਕਿ ਸਾਨੂੰ 2/4 ਪ੍ਰਾਪਤ ਹੋਵੇ? ਹਾਂਜੀ, 1/2 ਨੂੰ ਅਸੀਂ 2 ਨਾਲ ਗੁਣਾ ਕਰਾਂਗੇ ਤੇ ਸਾਨੂੰ ਕੀ ਪ੍ਰਾਪਤ ਹੋਏਗਾ? 2/4। 1 ਗੁਣਾ 2 ਬਰਾਬਰ 2, 2 ਗੁਣਾ 2 ਬਰਾਬਰ 4 ਭਾਵ 2/4। ਬੱਚਿਓ, ਹੁਣ ਅਗਲੀ ਤੁੱਲ ਪਿੰਨ ਬਣਾਉਣ ਲਈ ਮੈਂ ਇੱਕ ਹੋਰ ਆਕ੍ਰਿਤੀ ਲਈ ਹੈ। ਇਸ ਆਕ੍ਰਿਤੀ ਦੇ 6 ਬਰਾਬਰ ਹਿੱਸਿਆਂ ਵਿੱਚੋਂ 3 ਹਿੱਸਿਆਂ ਵਿੱਚ ਰੰਗ ਭਰੇ ਨੇ ਤੇ ਹੁਣ ਦੇਖੋ ਕਿ ਇਹ ਆਕ੍ਰਿਤੀ ਇਹਨਾਂ ਆਕ੍ਰਿਤੀਆਂ ਦੇ ਸਮਾਨ ਖੇਤਰ ਦਰਸਾਉਂਦੀ ਪਈ ਹੈ। ਹਾਂਜੀ, ਤੇ ਇਸ ਲਈ ਇਸ ਆਕ੍ਰਿਤੀ ਦੀ ਭਿੰਨ ਕੀ ਹੋਏਗੀ? 6 ਬਰਾਬਰ ਹਿੱਸਿਆਂ ਵਿੱਚੋਂ 3 ਹਿੱਸੇ ਭਾਵ 3/6। ਇਸ ਤਰ੍ਹਾਂ ਬੱਚਿਓ, ਹੁਣ ਅਸੀਂ 1/2 ਨੂੰ ਕਿਹੜੀ ਸੰਖਿਆ ਨਾਲ ਗੁਣਾ ਕਰਾਂਗੇ ਕਿ ਸਾਨੂੰ 3/6 ਪ੍ਰਾਪਤ ਹੋਏ? ਹਾਂਜੀ, 3 ਨਾਲ। 1/2 ਗੁਣਾ 3/3 ਬਰਾਬਰ 3/6। ਬੱਚਿਓ, ਹੁਣ ਅਗਲੀ ਤੁੱਲ ਪਿੰਨ ਬਣਾਉਣ ਲਈ ਮੈਂ ਇੱਕ ਹੋਰ ਆਕ੍ਰਿਤੀ ਲੈਣੀ ਹਾਂ। ਇਸ ਆਕ੍ਰਿਤੀ ਨੂੰ ਬੱਚਿਓ ਮੈਂ 8 ਬਰਾਬਰ ਭਾਗਾਂ ਵਿੱਚ ਵੰਡਿਆ ਹੈ ਤੇ 8 ਬਰਾਬਰ ਭਾਗਾਂ ਵਿੱਚੋਂ 4 ਬਰਾਬਰ ਭਾਗਾਂ ਵਿੱਚ ਰੰਗ ਭਰਿਆ ਹੈ ਤੇ ਦੇਖੋ ਬੱਚਿਓ, ਇਹ ਆਕ੍ਰਿਤੀ ਇਹਨਾਂ ਆਕ੍ਰਿਤੀਆਂ ਦੇ ਸਮਾਨ ਖੇਤਰ ਦਰਸਾਉਂਦੀ ਪਈ ਹੈ। ਹਾਂਜੀ, ਤੇ ਇਸ ਆਕ੍ਰਿਤੀ ਦੀ ਭਿੰਨ ਕੀ ਹੋਏਗੀ? 8 ਬਰਾਬਰ ਹਿੱਸਿਆਂ ਵਿੱਚੋਂ 4 ਹਿੱਸੇ ਭਾਵ 4/8। ਇਸ ਤਰ੍ਹਾਂ ਬੱਚਿਓ, ਹੁਣ ਅਸੀਂ 1/2 ਨੂੰ ਕਿਹੜੀ ਸੰਖਿਆ ਨਾਲ ਗੁਣਾ ਕਰਾਂਗੇ ਕਿ ਸਾਨੂੰ 4/8 ਪ੍ਰਾਪਤ ਹੋਏ? ਹਾਂਜੀ, 1/2 ਨੂੰ ਅਸੀਂ ਹੁਣ 4 ਨਾਲ ਗੁਣਾ ਕਰਾਂਗੇ। 1/2 ਗੁਣਾ 4/4 ਬਰਾਬਰ 4/8। ਇਸ ਤਰ੍ਹਾਂ ਬੱਚਿਓ, ਅਗਲੀ ਤੁੱਲ ਪਿੰਨ ਕਿਹੜੀ ਹੋ ਗਈ? 4/8। ਬੱਚਿਓ, ਹੁਣ ਅਗਲੀ ਤੁੱਲ ਪਿੰਨ ਬਣਾਉਣ ਲਈ ਮੈਂ ਇੱਕ ਹੋਰ ਆਕ੍ਰਿਤੀ ਲੈਣੀ ਹਾਂ। ਇਸ ਆਕ੍ਰਿਤੀ ਦੇ 10 ਬਰਾਬਰ ਹਿੱਸੇ ਨੇ ਤੇ ਉਹਨਾਂ ਵਿੱਚੋਂ 5 ਹਿੱਸਿਆਂ ਵਿੱਚ ਰੰਗ ਭਰੇ ਨੇ। ਇਸ ਤਰ੍ਹਾਂ ਬੱਚਿਓ ਦੇਖੋ, ਇਹ ਆਕ੍ਰਿਤੀ ਇਹਨਾਂ ਆਕ੍ਰਿਤੀਆਂ ਦੇ ਸਮਾਨ ਹੀ ਹਿੱਸੇ ਨੂੰ ਦਰਸਾਉਂਦੀ ਪਈ ਹੈ। ਹਾਂਜੀ, ਤੇ ਇਸ ਆਕ੍ਰਿਤੀ ਦੀ ਭਿੰਨ ਕੀ ਹੋਏਗੀ? 10 ਬਰਾਬਰ ਹਿੱਸਿਆਂ ਵਿੱਚੋਂ 5 ਹਿੱਸੇ ਭਾਵ 5/10। ਹੁਣ ਬੱਚਿਓ, 1/2 ਨੂੰ ਅਸੀਂ ਕਿਹੜੀ ਸੰਖਿਆ ਨਾਲ ਗੁਣਾ ਕਰਾਂਗੇ ਕਿ 5/10 ਪ੍ਰਾਪਤ ਹੋਏ? ਹਾਂਜੀ, 5 ਨਾਲ। 1/2 ਗੁਣਾ 5/5 ਬਰਾਬਰ 5/10। ਬੱਚਿਓ, ਹੁਣ ਅਗਲੀ ਤੁੱਲ ਪਿੰਨ ਬਣਾਉਣ ਲਈ ਮੈਂ ਇੱਕ ਹੋਰ ਆਕ੍ਰਿਤੀ ਲੈਣੀ ਹਾਂ ਤੇ ਇਸ ਆਕ੍ਰਿਤੀ ਦੇ
12 ਬਰਾਬਰ ਹਿੱਸੇ ਕੀਤੇ ਗਏ ਨੇ ਤੇ 12 ਬਰਾਬਰ ਹਿੱਸਿਆਂ ਵਿੱਚੋਂ 6 ਹਿੱਸਿਆਂ ਵਿੱਚ ਰੰਗ ਭਰੇ ਗਏ ਨੇ। ਤੇ ਇਸ ਤਰ੍ਹਾਂ ਬੱਚਿਓ ਦੇਖੋ ਇਹ ਆਕ੍ਰਿਤੀ ਵੀ ਇਹਨਾਂ ਆਕ੍ਰਿਤੀਆਂ ਦੇ ਸਮਾਨ ਹੀ ਹਿੱਸੇ ਨੂੰ ਦਰਸਾਉਂਦੀ ਪਈ ਹੈ। ਹਾਂਜੀ, ਇਹ ਵੀ ਇਹਨਾਂ ਆਕ੍ਰਿਤੀਆਂ ਦੇ ਬਰਾਬਰ ਹੀ ਸਮਾਨ ਹਿੱਸੇ ਨੂੰ ਦਰਸਾਉਂਦੀ ਪਈ ਹੈ ਤੇ ਇਸ ਲਈ ਇਸ ਆਕ੍ਰਿਤੀ ਦੀ ਭਿੰਨ ਕੀ ਹੋਏਗੀ? 12 ਬਰਾਬਰ ਹਿੱਸਿਆਂ ਵਿੱਚੋਂ 6 ਹਿੱਸੇ ਭਾਵ 6/12। ਇਸ ਤਰ੍ਹਾਂ ਬੱਚਿਓ ਹੁਣ ਅਸੀਂ 1/2 ਨੂੰ ਕਿਹੜੀ ਸੰਖਿਆ ਨਾਲ ਗੁਣਾ ਕਰਾਂਗੇ ਕਿ ਸਾਨੂੰ 6/12 ਪ੍ਰਾਪਤ ਹੋਏ? ਹਾਂਜੀ, 1/2 ਨੂੰ ਅਸੀਂ ਹੁਣ 6 ਨਾਲ ਗੁਣਾ ਕਰਾਂਗੇ। 1/2 ਗੁਣਾ 6/6 ਬਰਾਬਰ 6/12। ਇਸ ਤਰ੍ਹਾਂ ਬੱਚਿਓ ਤੁਸੀਂ ਦੇਖਿਆ ਅਸੀਂ 1/2 ਦੀਆਂ ਅਗਲੀਆਂ 5 ਤੁਲ ਪਿੰਨਾਂ ਬਣਾ ਲਈਆਂ ਨੇ। ਪਹਿਲਾਂ ਅਸੀਂ ਅੰਸ਼ ਅਤੇ ਹਰ ਨੂੰ 2 ਨਾਲ ਗੁਣਾ ਕੀਤਾ, ਫਿਰ 3 ਨਾਲ, ਫਿਰ 4 ਨਾਲ, ਫਿਰ 5 ਨਾਲ ਤੇ ਫਿਰ 6 ਨਾਲ। ਇਸ ਤਰ੍ਹਾਂ ਅਸੀਂ ਤੁਲ ਪਿੰਨਾਂ ਬਣਾਉਣ ਲਈ ਅੰਸ਼ ਅਤੇ ਹਰ ਨੂੰ ਹਰ ਵਾਰ ਇੱਕ ਹੀ ਸੰਖਿਆ ਨਾਲ ਗੁਣਾ ਕੀਤਾ ਹੈ। ਬੱਚਿਓ ਤੁਸੀਂ ਸਾਰੇ ਹੀ ਪੈਸ ਦੀ ਤਿਆਰੀ ਕਰ ਰਹੇ ਹੋ। ਆਓ ਇਸ ਨਾਲ ਸੰਬੰਧਿਤ ਇੱਕ ਸਵਾਲ ਹੱਲ ਕਰਦੇ ਹਾਂ। 1/2 ਦੀਆਂ ਤੁਲ ਪਿੰਨਾਂ ਕਿਹੜੀਆਂ ਹਨ? ਬੱਚਿਓ ਅਸੀਂ ਉਹ ਵਾਲੀਆਂ ਪਿੰਨਾਂ ਲੱਭਣੀਆਂ ਨੇ ਜਿਹੜੀਆਂ 1/2 ਦੇ ਬਰਾਬਰ ਹਿੱਸੇ ਨੂੰ ਦਰਸਾ ਰਹੀਆਂ ਨੇ। ਇਸ ਲਈ ਬੱਚਿਓ ਦੇਖੋ ਪਹਿਲਾਂ ਊੜੇ ਵਾਲੀ ਆਪਸ਼ਨ, ਇਹ ਦੋਨੋਂ ਆਕ੍ਰਿਤੀਆਂ 1/2 ਦੇ ਬਰਾਬਰ ਹਿੱਸੇ ਨੂੰ ਦਰਸਾ ਰਹੀਆਂ ਨੇ? ਨਹੀਂ, ਇਸ ਲਈ ਇਹ ਸਾਡਾ ਉੱਤਰ ਨਹੀਂ ਹੈ। ਇਸ ਲਈ ਬੱਚਿਓ ਹੁਣ ਐੜੇ ਵਾਲੀ ਆਪਸ਼ਨ ਦੇਖੋ, ਇਹ ਦੋਨੋਂ ਆਕ੍ਰਿਤੀਆਂ 1/2 ਦੇ ਬਰਾਬਰ ਹਿੱਸੇ ਨੂੰ ਦਰਸਾ ਰਹੀਆਂ ਨੇ। ਹਾਂਜੀ, ਇਸ ਲਈ ਬੱਚਿਓ ਸਾਡਾ ਸਹੀ ਉੱਤਰ ਕੀ ਹੋਇਆ? ਐੜਾ। ਤੇ ਐੜੇ ਵਾਲੀ ਆਪਸ਼ਨ ਤੇ ਤੁਸੀਂ ਸਹੀ ਦਾ ਨਿਸ਼ਾਨ ਲਗਾਉਣਾ ਹੈ। ਘਰ ਦੇ ਕੰਮ ਵਿੱਚ ਬੱਚਿਓ ਤੁਸੀਂ ਅਭਿਆਸ 3.2 ਦੇ ਦੂਸਰੇ ਸਵਾਲ ਦੇ ਸਾਰੇ ਭਾਗ ਹੱਲ ਕਰਨੇ ਨੇ। ਧੰਨਵਾਦ ਬੱਚਿਓ। Hello dear students, we have already read lesson number 3, Safety Rules. Today we are going to revise the complete chapter. Are you ready? Okay, so now let's have a look at the complete lesson. Class 4, Lesson 3, Safety Rules. Dad, you promised to take me to the shopping mall on Saturday. I remember, my child. Finish your breakfast and get ready to go. Yay! You are the best, Dad. Raman finished his breakfast hurriedly and got ready. I am ready. Let's go. While sitting in the car, Daddy asked Raman to wear his seat belt. I know, Daddy, that the traffic policeman would challan us if we are not wearing the seat belt. We do not wear seat belt for the policeman. We wear it for our safety. It protects driver and passengers from injury during any type of accident. He pulls his seat belt and smiles. At traffic signal, Daddy stops the car just on the zebra crossing. Daddy, we should not stop the vehicles on the zebra crossing. Our teacher told us that zebra crossing is for the safety of pedestrians. Vehicles have to stop before the zebra crossing to let the pedestrians cross the road safely. Very well, Raman. Raman starts singing. Red light, what do you say? I say stop, stop right away. Yellow light, what do you say? I says wait, wait right away. Green light, what do you say? I say go, go right away. Daddy smiles and moves the car when the signal goes green. Dear students, now it's time for your homework. And your homework is to frame sentences for these words. Let's read the words. Breakfast, policeman, road, safety, accident. Students, give your best and have a nice day ahead. ਬੱਚਿਓ, ਜਿਵੇਂ ਕਿ ਅਸੀਂ ਜਾਣ ਲਿਆ ਹੈ ਕਿ ਭੋਜਨ ਸਾਡੇ ਸਰੀਰ ਲਈ ਕਿੰਨਾ ਜ਼ਰੂਰੀ ਹੈ,
ਭੋਜਨ ਕਿਸੇ ਵੀ ਵਿਆਹ, ਜਨਮਦਿਨ ਪਾਰਟੀ ਜਾਂ ਧਾਰਮਿਕ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ। ਆਓ ਅੱਜ ਅਸੀਂ ਪਾਠ 11 ਚੰਗਾ ਖਾਈਏ ਸਿਹਤ ਬਣਾਈਏ ਵਿੱਚੋਂ ਖਾਸ ਮੌਕਿਆਂ ਤੇ ਮਿਲਣ ਵਾਲੇ ਭੋਜਨ ਬਾਰੇ ਜਾਣੀਏ। ਸੁਨੀਤਾ ਵੀ ਆਪਣੀ ਦਾਦੀ ਜੀ ਨਾਲ ਨਹਾ ਧੋ ਕੇ ਅਤੇ ਸਾਫ਼ ਕੱਪੜੇ ਪਹਿਨ ਕੇ ਗੁਆਂਢੀਆਂ ਦੇ ਘਰ ਇੱਕ ਧਾਰਮਿਕ ਪ੍ਰੋਗਰਾਮ ਤੇ ਗਈ। ਧਾਰਮਿਕ ਰਸਮਾਂ ਹੋਣ ਤੋਂ ਬਾਅਦ ਸਾਰੇ ਲੰਗਰ ਛਕਣ ਲਈ ਪੰਗਤਾਂ ਵਿੱਚ ਬੈਠ ਗਏ। ਸੁਨੀਤਾ ਅਤੇ ਉਸਦੇ ਦਾਦੀ ਜੀ ਨੇ ਪੇੜੇ ਬਣਾ ਕੇ ਰੋਟੀ ਬਣਾਉਣ ਵਾਲੀਆਂ ਬੀਬੀਆਂ ਦੀ ਮਦਦ ਵੀ ਕੀਤੀ। ਸਾਰਾ ਭੋਜਨ ਹਲਵਾਈ ਦੁਆਰਾ ਤਿਆਰ ਕੀਤਾ ਹੋਇਆ ਸੀ। ਫਿਰ ਸੇਵਾਦਾਰਾਂ ਨੇ ਸੰਗਤ ਨੂੰ ਥਾਲੀਆਂ, ਚਮਚੇ ਅਤੇ ਗਲਾਸ ਦਿੱਤੇ। ਇਸ ਉਪਰੰਤ ਉਹਨਾਂ ਨੇ ਖੀਰ, ਹਲਵਾ, ਜਲੇਬੀਆਂ, ਮਟਰ ਪਨੀਰ ਦੀ ਸਬਜ਼ੀ, ਦਾਲ, ਰੋਟੀ ਅਤੇ ਦਹੀਂ ਵਰਤਾਉਣਾ ਸ਼ੁਰੂ ਕਰ ਦਿੱਤਾ। ਛੋਟੇ ਬੱਚੇ ਗਲਾਸਾਂ ਵਿੱਚ ਪਾਣੀ ਪਾ ਰਹੇ ਸਨ। ਲੰਗਰ ਵਿੱਚ ਸਾਰੇ ਲੋਕ ਪਿਆਰ ਨਾਲ ਰਲ ਮਿਲ ਕੇ ਲੰਗਰ ਛਕਦੇ ਹਨ। ਸੁਨੀਤਾ ਅਤੇ ਦਾਦੀ ਜੀ ਨੇ ਹੋਰ ਲੋਕਾਂ ਨਾਲ ਮਿਲ ਕੇ ਜੂਠੇ ਬਰਤਨ ਵੀ ਸਾਫ਼ ਕੀਤੇ। ਸੁਨੀਤਾ ਦੀ ਦਾਦੀ ਜੀ ਨੇ ਦੱਸਿਆ ਕਿ ਗੁਰਪੁਰਬ ਤੇ ਵੀ ਇਸੇ ਤਰ੍ਹਾਂ ਦੇ ਲੰਗਰ ਲਾਏ ਜਾਂਦੇ ਹਨ। ਅਵਤਾਰ ਵੀ ਆਪਣੇ ਪਾਪਾ ਨਾਲ ਉਹਨਾਂ ਦੇ ਦੋਸਤ ਦੇ ਵਿਆਹ ਤੇ ਪੈਲੇਸ ਵਿੱਚ ਗਿਆ ਸੀ। ਪੈਲੇਸ ਵਿੱਚ ਖਾਣ ਪੀਣ ਦੇ ਬਹੁਤ ਸਾਰੇ ਸਟਾਲ ਲੱਗੇ ਹੋਏ ਸਨ। ਇਹਨਾਂ ਸਟਾਲਾਂ ਤੋਂ ਲੋਕ ਮਨਚੂਰੀਅਨ, ਦਹੀਂ ਭੱਲੇ, ਗੋਲ ਗੱਪੇ, ਪਨੀਰ ਪਕੌੜੇ, ਟਿੱਕੀ ਅਤੇ ਫਰੂਟ ਚਾਟ ਆਦਿ ਖਾ ਰਹੇ ਸਨ। ਪੈਲੇਸ ਦੀ ਵੱਡੀ ਰਸੋਈ ਵਿੱਚ ਬਹੁਤ ਸਾਰਾ ਕੱਚਾ ਭੋਜਨ ਪਿਆ ਸੀ। ਹਲਵਾਈ ਅਤੇ ਉਸਦੇ ਵੇਟਰ ਵੱਡੇ ਵੱਡੇ ਬਰਤਨਾਂ ਵਿੱਚ ਬਹੁਤ ਤੇਜ਼ੀ ਨਾਲ ਭੋਜਨ ਬਣਾ ਰਹੇ ਸਨ। ਬੱਚਿਓ, ਤੁਸੀਂ ਵੀ ਕਿਸੇ ਵਿਆਹ ਵਿੱਚ ਜਾ ਕੇ ਕਿਸੇ ਸਟਾਲ ਤੋਂ ਆਪਣਾ ਮਨਪਸੰਦ ਭੋਜਨ ਜ਼ਰੂਰ ਖਾਧਾ ਹੋਵੇਗਾ। ਦੇਖੋ ਬੱਚਿਓ, ਇਹ ਹੈ ਕਿਰਿਆ 1। ਵਿਆਹ ਸਮਾਗਮਾਂ ਵਿੱਚ ਖਾਣ ਲਈ ਮਿਲਣ ਵਾਲੇ ਭੋਜਨ ਦੀ ਸੂਚੀ ਬਣਾਓ। ਮੈਂ ਇਸ ਸੂਚੀ ਵਿੱਚ ਗੋਲ ਗੱਪੇ, ਫਰੂਟ ਚਾਟ, ਕੋਲਡ ਡਰਿੰਕ, ਪਕੌੜੇ, ਆਈਸਕ੍ਰੀਮ ਲਿਖ ਦਿੱਤਾ ਹੈ। ਵਿਆਹ ਸਮਾਗਮਾਂ ਵਿੱਚ ਮਿਲਣ ਵਾਲੇ ਬਾਕੀ ਭੋਜਨ ਪਦਾਰਥਾਂ ਦੀ ਸੂਚੀ ਤੁਸੀਂ ਘਰ ਦੇ ਕੰਮ ਵਜੋਂ ਆਪ ਤਿਆਰ ਕਰਨੀ ਹੈ। ਦਿਲਰਾਜ ਹਰ ਰੋਜ਼ ਆਪਣੇ ਦਾਦੀ ਜੀ ਕੋਲੋਂ ਕਹਾਣੀ ਸੁਣਦਾ ਹੈ। ਉਸ ਨੂੰ ਕਹਾਣੀਆਂ ਸੁਣਨਾ ਤੇ ਪੜ੍ਹਨਾ ਬਹੁਤ ਪਸੰਦ ਹੈ। ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਵੀ ਬਹੁਤ ਦਿਲਚਸਪੀ ਨਾਲ ਕਹਾਣੀਆਂ ਸੁਣਦੇ ਅਤੇ ਪੜ੍ਹਦੇ ਹੋ। ਡਾਕਟਰ ਵਣਜਾਰਾ ਬੇਦੀ ਦੁਆਰਾ ਲਿਖੀ ਕਹਾਣੀ ਸੁੰਡ ਅਤੇ ਹਲਦੀ ਤੁਸੀਂ ਬਹੁਤ ਹੀ ਦਿਲਚਸਪੀ ਨਾਲ ਪੜ੍ਹੀ ਹੈ। ਬੱਚਿਓ, ਕਹਾਣੀਆਂ ਜਿੱਥੇ ਸਾਡਾ ਮਨੋਰੰਜਨ ਕਰਦੀਆਂ ਹਨ, ਉੱਥੇ ਹੀ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਵੀ ਹਨ। ਕਹਾਣੀ ਸੁੰਡ ਅਤੇ ਹਲਦੀ ਵਿੱਚ ਹੁਣ ਤੱਕ ਤੁਸੀਂ ਬਹੁਤ ਕੁਝ ਨਵਾਂ ਸਿੱਖਿਆ ਹੈ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕਹਾਣੀ ਸੁੰਡ ਅਤੇ ਹਲਦੀ ਵਿੱਚੋਂ ਸਿੱਖੀਆਂ ਚੰਗੀਆਂ ਆਦਤਾਂ ਬਾਰੇ। ਸੋ ਆਓ ਫਿਰ ਕਰੀਏ ਸ਼ੁਰੂ। ਸਾਨੂੰ ਹਰ ਸਮੇਂ ਜਿੱਦ ਨਹੀਂ ਕਰਨੀ ਚਾਹੀਦੀ। ਜੇਕਰ ਸਾਡੇ ਵੱਡੇ ਸਾਨੂੰ ਕਿਸੇ ਕੰਮ ਤੋਂ ਮਨਾ ਕਰਦੇ ਹਨ ਤਾਂ ਹਮੇਸ਼ਾ ਉਸ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਸੋ ਜਿੱਦ ਨਾ ਕਰੋ। ਜਿਵੇਂ ਕਿ ਇਸ ਪਾਠ ਵਿੱਚ ਹਲਦੀ ਨਾਨਕੇ ਜਾਣ ਦੀ ਜਿੱਦ ਕਰਦੀ ਹੈ। ਸਾਨੂੰ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਹੈ। ਮਿੱਠਾ ਬੋਲਣ ਵਾਲਿਆਂ ਨੂੰ ਸਾਰੇ ਪਸੰਦ ਕਰਦੇ ਹਨ। ਜਿਵੇਂ ਕਿ ਇਸ ਪਾਠ ਵਿੱਚ ਹਲਦੀ ਦਰਿਆ ਨੂੰ ਕਹਿੰਦੀ ਹੈ, ਦਰਿਆ ਬਾਬਾ ਰਾਹ ਦੇ, ਮੈਨੂੰ ਪਾਰ ਲੰਘਾ ਦੇ। ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜੇਕਰ ਸਾਡੇ ਵਿੱਚ ਕੋਈ ਗੁਣ ਹੈ ਜਾਂ ਫਿਰ ਅਸੀਂ ਕੋਈ ਕੰਮ ਕਰ ਸਕਦੇ ਹਾਂ ਤਾਂ ਸਾਨੂੰ ਦੂਜਿਆਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਜਿਵੇਂ ਕਿ ਇਸ ਪਾਠ ਵਿੱਚ ਹਲਦੀ ਨਾਨਕੇ ਜਾ ਕੇ ਨਾਨੀ ਦਾ ਚਰਖਾ ਢਾਹ ਕੇ ਸੂਤ ਕੱਤਦੀ ਹੈ ਅਤੇ ਰਸੋਈ ਦੇ ਕੰਮਕਾਰ ਵਿੱਚ ਨਾਨੀ ਦਾ ਹੱਥ ਵਟਾਉਂਦੀ ਹੈ। ਸਾਨੂੰ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਸਾਡੇ ਮਾਤਾ ਪਿਤਾ ਅਤੇ ਵੱਡੇ ਹਮੇਸ਼ਾ ਸਾਨੂੰ ਸਹੀ ਰਾਹ ਦਿਖਾਉਂਦੇ ਹਨ। ਸੋ ਸਾਨੂੰ ਉਹਨਾਂ ਵੱਲੋਂ ਦਿਖਾਏ ਰਾਹ ਤੇ ਚੱਲਣਾ ਚਾਹੀਦਾ ਹੈ। ਜਿਵੇਂ ਕਿ ਇਸ ਪਾਠ ਵਿੱਚ ਹਲਦੀ ਹਮੇਸ਼ਾ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਦੀ ਹੈ। ਸਾਨੂੰ ਆਪਣੇ ਆਪ ਉੱਤੇ ਘਮੰਡ ਨਹੀਂ ਕਰਨਾ ਚਾਹੀਦਾ। ਘਮੰਡੀ ਇਨਸਾਨ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਸਾਰੇ ਉਸ ਤੋਂ ਦੂਰ ਹੀ ਰਹਿੰਦੇ ਹਨ। ਜਿਵੇਂ ਕਿ ਇਸ ਪਾਠ ਵਿੱਚ ਨਾਨਕੇ ਜਾ ਕੇ ਸੁੰਡ ਨੇ ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ, ਨਾ ਦੁੱਖ ਸੁੱਖ ਪੁੱਛਿਆ।
ਓਪਰੇ ਜਿਹੀ ਬਣ ਕੇ ਆਕੜ ਵਿਖਾਉਂਦੀ ਤੇ ਸਭ ਤੋਂ ਪਰੇ ਰਹਿੰਦੀ। ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਸਭ ਜੀਵ ਜੰਤੂ ਇੱਕ ਦੂਜੇ ਨਾਲ ਮਿਲ ਜੁਲ ਕੇ ਹੀ ਸੰਪੂਰਨ ਹੁੰਦੇ ਹਨ। ਕੋਈ ਵੀ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੁੰਦਾ। ਜਿਵੇਂ ਕਿ ਇਸ ਪਾਠ ਵਿੱਚ ਮਾਂ ਸੁੰਡ ਨੂੰ ਸਭ ਨਾਲ ਮਿਲ ਜੁਲ ਕੇ ਰਹਿਣ ਦੀ ਸਿੱਖਿਆ ਦਿੰਦੀ ਹੈ। ਸਾਨੂੰ ਦੂਜਿਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਨਿਮਰਤਾ ਸਾਡੀ ਸ਼ਖਸੀਅਤ ਦਾ ਇੱਕ ਬਹੁਤ ਹੀ ਵਧੀਆ ਗੁਣ ਹੈ। ਜਿਵੇਂ ਕਿ ਇਸ ਪਾਠ ਵਿੱਚ ਹਲਦੀ ਬਹੁਤ ਹੀ ਨਿਮਰਤਾ ਨਾਲ ਭੱਠੀ ਵਾਲੀ ਮਾਈ ਨੂੰ ਕਹਿੰਦੀ ਹੈ, ਮਾਸੀ ਮਾਸੀ ਮੈਨੂੰ ਦਾਣੇ ਦੇ, ਤੇਰੀ ਭਣੇਵੀਂ ਨੂੰ ਬਹੁਤ ਭੁੱਖ ਲੱਗੀ ਹੈ। ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਮਿਲਦਾ ਹੈ। ਵੱਡਿਆਂ ਦਾ ਕਹਿਣਾ ਮੰਨਣ ਵਾਲੇ ਬੱਚਿਆਂ ਨੂੰ ਸਾਰੇ ਪਿਆਰ ਕਰਦੇ ਹਨ ਤੇ ਉਹਨਾਂ ਦੀ ਇੱਜ਼ਤ ਕਰਦੇ ਹਨ। ਜਿਵੇਂ ਕਿ ਇਸ ਪਾਠ ਵਿੱਚ ਆਗਿਆਕਾਰੀ ਹੋਣ ਕਾਰਨ ਹਲਦੀ ਨੂੰ ਸਾਰੇ ਬਹੁਤ ਪਿਆਰ ਕਰਦੇ ਹਨ। ਸਾਨੂੰ ਸਾਰਿਆਂ ਨੂੰ ਚੰਗੇ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ। ਕਈ ਵਾਰ ਜਾਣੇ ਅਣਜਾਣੇ ਵਿੱਚ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ, ਪਰ ਉਹਨਾਂ ਗਲਤੀਆਂ ਨੂੰ ਸੁਧਾਰ ਕੇ ਸਾਨੂੰ ਅੱਗੇ ਤੋਂ ਚੰਗੇ ਇਨਸਾਨ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ। ਜਿਵੇਂ ਕਿ ਇਸ ਪਾਠ ਵਿੱਚ ਜਦੋਂ ਸੁੰਡ ਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ ਤਾਂ ਉਸਨੇ ਅੱਗੇ ਤੋਂ ਚੰਗੇ ਬਣਨ ਦਾ ਪ੍ਰਣ ਕਰ ਲਿਆ। ਸੋ ਬੱਚਿਓ, ਹੁਣ ਇੱਕ ਵਾਰ ਆਪਾਂ ਇਹਨਾਂ ਚੰਗੀਆਂ ਆਦਤਾਂ ਦੀ ਦੁਹਰਾਈ ਕਰਦੇ ਹਾਂ। ਸਾਨੂੰ ਹਰ ਸਮੇਂ ਜਿੱਦ ਨਹੀਂ ਕਰਨੀ ਚਾਹੀਦੀ। ਸਾਨੂੰ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਾਨੂੰ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਸਾਨੂੰ ਆਪਣੇ ਆਪ ਉੱਤੇ ਘਮੰਡ ਨਹੀਂ ਕਰਨਾ ਚਾਹੀਦਾ। ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਸਾਨੂੰ ਦੂਜਿਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਮਿਲਦਾ ਹੈ। ਸਾਨੂੰ ਸਾਰਿਆਂ ਨੂੰ ਚੰਗੇ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ। ਸੋ ਹੁਣ ਸਮਾਂ ਹੈ ਘਰ ਦੇ ਕੰਮ ਦਾ। ਪਿਆਰੇ ਬੱਚਿਓ, ਕਹਾਣੀ ਸੁੰਡ ਤੇ ਹਲਦੀ ਵਿੱਚੋਂ ਆਪਾਂ ਬਹੁਤ ਸਾਰੀਆਂ ਚੰਗੀਆਂ ਆਦਤਾਂ ਸਿੱਖੀਆਂ ਹਨ। ਸੋ ਤੁਸੀਂ ਸਭ ਨੇ ਬਹੁਤ ਹੀ ਸੁੰਦਰ ਲਿਖਾਈ ਵਿੱਚ ਇਹਨਾਂ ਚੰਗੀਆਂ ਆਦਤਾਂ ਦੀ ਸੂਚੀ ਬਣਾਉਣੀ ਹੈ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਹੁਣ ਤੱਕ ਤੁਸੀਂ ਲਘੁੱਤਮ ਸਮਾਪਵਰਤਕ ਪਤਾ ਕਰਨਾ ਵਧੀਆ ਤਰੀਕੇ ਨਾਲ ਸਿੱਖ ਚੁੱਕੇ ਹੋ। ਅੱਜ ਆਪਾਂ ਅਭਿਆਸ 3.3 ਦੇ ਸਵਾਲ ਨੰਬਰ 6, 7 ਅਤੇ 8 ਸਮਝਦੇ ਹਾਂ। ਆਓ ਸ਼ੁਰੂ ਕਰੀਏ। ਪ੍ਰਸ਼ਨ ਨੰਬਰ 6 ਹੈ, ਇੱਕ ਬੱਚਾ 3 ਫੁੱਟ ਛਾਲ ਮਾਰਦਾ ਹੈ ਅਤੇ ਦੂਜਾ ਬੱਚਾ 4 ਫੁੱਟ ਛਾਲ ਮਾਰਦਾ ਹੈ। ਜੇਕਰ ਦੋਨੋਂ ਬੱਚੇ ਇੱਕ ਹੀ ਦਿਸ਼ਾ ਵੱਲ ਇੱਕ ਹੀ ਸਥਾਨ ਤੋਂ ਇਕੱਠੇ ਛਾਲ ਮਾਰਦੇ ਹਨ ਤਾਂ ਦੱਸੋ ਉਹ ਕਿੰਨੇ ਫੁੱਟ ਬਾਅਦ ਦੁਬਾਰਾ ਇੱਕ ਸਥਾਨ ਤੇ ਇਕੱਠੇ ਹੋਣਗੇ। ਬੱਚਿਓ, ਪਹਿਲਾ ਬੱਚਾ 3 ਫੁੱਟ ਦੀ ਛਾਲ ਮਾਰਦਾ ਹੈ ਤਾਂ 3 ਤੇ ਪਹੁੰਚ ਜਾਂਦਾ ਹੈ। ਇਸੇ ਪ੍ਰਕਾਰ ਜੋ ਦੂਸਰਾ ਬੱਚਾ ਹੈ ਉਹ 4 ਫੁੱਟ ਦੀ ਛਾਲ ਮਾਰਦਾ ਹੈ ਤਾਂ ਪਹਿਲੀ ਛਾਲ ਨਾਲ 4 ਫੁੱਟ ਤੇ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਜੋ ਪਹਿਲਾ ਬੱਚਾ ਹੈ ਉਹ ਦੁਬਾਰਾ ਛਾਲ ਮਾਰਦਾ ਹੈ ਤਾਂ 6 ਫੁੱਟ ਤੇ ਪਹੁੰਚ ਜਾਂਦਾ ਹੈ ਅਤੇ ਦੂਸਰਾ ਬੱਚਾ ਜਦੋਂ ਦੁਬਾਰਾ ਛਾਲ ਮਾਰਦਾ ਹੈ ਤਾਂ 8 ਫੁੱਟ ਤੇ ਪਹੁੰਚ ਜਾਂਦਾ ਹੈ। ਇਸ ਪ੍ਰਕਾਰ ਪਹਿਲਾ ਬੱਚਾ ਫੇਰ ਛਾਲ ਮਾਰਦਾ ਹੈ, ਉਹ 6 ਤੋਂ 9 ਫੁੱਟ ਤੇ ਪਹੁੰਚ ਜਾਂਦਾ ਹੈ ਅਤੇ ਜੋ ਦੂਸਰਾ ਬੱਚਾ ਹੈ ਉਹ 8 ਫੁੱਟ ਤੋਂ 12 ਫੁੱਟ ਤੇ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਬੱਚਿਓ, ਜੋ ਪਹਿਲਾ ਬੱਚਾ ਹੈ ਇੱਕ ਹੋਰ ਛਾਲ ਮਾਰੇਗਾ, ਉਹ 12 ਫੁੱਟ ਤੇ ਪਹੁੰਚ ਜਾਵੇਗਾ। ਇਸ ਪ੍ਰਕਾਰ ਉਹ ਦੋਨੋਂ ਬੱਚੇ 12 ਫੁੱਟ ਤੇ ਇੱਕ ਵਾਰ ਮਿਲ ਗਏ ਤਾਂ ਅੱਗੇ ਜੋ ਪਹਿਲਾ ਬੱਚਾ ਛਾਲ ਮਾਰੇਗਾ ਹੋਰ 15, 18, 21 ਇਸ ਤਰ੍ਹਾਂ ਅੱਗੇ ਛਾਲ ਮਾਰਦਾ ਜਾਵੇਗਾ। ਤਾਂ ਪਿਆਰੇ ਬੱਚਿਓ, ਇਹ ਜੋ 3, 6, 9, 12 ਜੋ ਸੰਖਿਆਵਾਂ ਬਣੀਆਂ ਹਨ ਇਹ 3 ਦੇ ਗੁਣਜ ਹਨ। ਇਸੇ ਪ੍ਰਕਾਰ ਜੋ ਦੂਸਰਾ ਬੱਚਾ ਹੈ ਉਹ ਅੱਗੇ ਛਾਲ ਮਾਰਦਾ ਹੋਇਆ 16, 20, 24 ਇਸ ਤਰ੍ਹਾਂ ਅੱਗੇ ਪਹੁੰਚਦਾ ਜਾਵੇਗਾ। ਤਾਂ ਪਿਆਰੇ ਬੱਚਿਓ, ਜੋ 4, 8, 12, 16 ਸੰਖਿਆਵਾਂ ਇਹ ਬਣ ਰਹੀਆਂ ਹਨ ਇਹ ਸਾਰੇ 4 ਦੇ ਗੁਣਜ ਹਨ। ਇਹ ਦੋਨੋਂ ਬੱਚੇ ਸਭ ਤੋਂ ਪਹਿਲਾਂ 12 ਫੁੱਟ ਤੇ ਇਕੱਠੇ ਹੁੰਦੇ ਹਨ ਅਤੇ ਉਸ ਤੋਂ ਬਾਅਦ 24 ਫੁੱਟ ਤੇ ਵੀ ਇਕੱਠੇ ਹੋਣਗੇ। ਯਾਨੀ ਕਿ ਸਭ ਤੋਂ ਪਹਿਲਾਂ ਇਹ ਬੱਚੇ 12 ਫੁੱਟ ਤੇ ਇਕੱਠੇ ਹੁੰਦੇ ਹਨ। ਤਾਂ ਇਸ ਲਈ 3 ਅਤੇ 4 ਦਾ ਸਭ ਤੋਂ ਛੋਟਾ ਸਾਂਝਾ ਗੁਣਜ 12 ਹੈ। ਤਾਂ ਇਸ ਲਈ 3 ਅਤੇ 4 ਦਾ ਲਘੁੱਤਮ ਸਮਾਂ ਵਰਤਿਆ ਵੀ 12 ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ 12 ਫੁੱਟ ਬਾਅਦ ਦੁਬਾਰਾ ਇੱਕ ਸਥਾਨ ਤੇ ਇਕੱਠੇ ਹੋਣਗੇ। ਅੱਗੇ ਪ੍ਰਸ਼ਨ ਨੰਬਰ 7 ਕਰ ਲੈਂਦੇ ਹਾਂ। ਜਮਾਤ ਵਿੱਚ ਘੱਟੋ ਘੱਟ ਕਿੰਨੇ ਬੱਚੇ ਖੜੇ ਕਰੀਏ ਕਿ ਉਹਨਾਂ ਵਿੱਚੋਂ 4-4 ਅਤੇ 5-5 ਬੱਚਿਆਂ ਦੀਆਂ ਟੋਲੀਆਂ ਬਣਾਈਆਂ ਜਾ ਸਕਣ ਅਤੇ ਕੋਈ ਵੀ ਬੱਚਾ ਟੋਲੀ ਤੋਂ ਬਾਹਰ ਨਾ ਰਹੇ। ਤਾਂ ਪਿਆਰੇ ਬੱਚੋ, ਸਭ ਤੋਂ ਪਹਿਲਾਂ ਆਪਾਂ 4 ਬੱਚੇ ਖੜੇ ਕਰ ਲੈਂਦੇ ਹਾਂ। ਤਾਂ 4 ਬੱਚਿਆਂ ਨਾਲ 4 ਬੱਚਿਆਂ ਦੀ ਇੱਕ ਟੋਲੀ ਬਣ ਜਾਂਦੀ ਹੈ, ਪਰ 5 ਬੱਚਿਆਂ ਦੀ ਟੋਲੀ ਨਹੀਂ ਬਣਦੀ ਹੈ, ਇੱਕ ਬੱਚਾ ਘੱਟ ਰਹਿ ਜਾਂਦਾ ਹੈ। ਤਾਂ ਇਸ ਲਈ ਆਪਾਂ 4 ਬੱਚੇ ਹੋਰ ਖੜੇ ਕਰ ਲੈਂਦੇ ਹਾਂ।
ਤਾਂ ਹੁਣ ਆਪਣੇ ਕੋਲ ਬੱਚਿਆਂ ਦੀ ਗਿਣਤੀ 8 ਹੋ ਜਾਂਦੀ ਹੈ। ਤਾਂ 8 ਬੱਚਿਆਂ ਵਿੱਚੋਂ ਜੇ ਆਪਾਂ 5 ਬੱਚਿਆਂ ਦੀ ਟੋਲੀ ਬਣਾਵਾਂਗੇ ਤਾਂ 5 ਬੱਚਿਆਂ ਦੀ ਇੱਕ ਟੋਲੀ ਬਣ ਜਾਂਦੀ ਹੈ, ਪਰ 3 ਬੱਚੇ ਅਜੇ ਤੱਕ ਟੋਲੀ ਵਿੱਚੋਂ ਬਾਹਰ ਰਹਿ ਜਾਂਦੇ ਹਨ। ਤਾਂ ਇਸ ਲਈ ਆਪਾਂ 4 ਬੱਚੇ ਹੋਰ ਜਮਾਤ ਵਿੱਚੋਂ ਖੜੇ ਕਰ ਲੈਂਦੇ ਹਾਂ। ਤਾਂ ਬੱਚਿਆਂ ਦੀ ਗਿਣਤੀ ਆਪਣੇ ਕੋਲੇ 12 ਹੋ ਜਾਂਦੀ ਹੈ। 4-4 ਦੀਆਂ 3 ਟੋਲੀਆਂ ਬਣ ਜਾਂਦੀਆਂ ਹਨ, ਅਤੇ ਜੇਕਰ ਆਪਾਂ 5-5 ਬੱਚਿਆਂ ਦੀ ਟੋਲੀ ਬਣਾਈਏ ਤਾਂ 2 ਟੋਲੀਆਂ ਬਣ ਜਾਣਗੀਆਂ 10 ਬੱਚਿਆਂ ਨਾਲ, ਅਤੇ 2 ਬੱਚੇ ਟੋਲੀ ਤੋਂ ਬਾਹਰ ਰਹਿ ਜਾਣਗੇ। ਤਾਂ ਇਸ ਲਈ ਆਪਾਂ 4 ਬੱਚੇ ਹੋਰ ਖੜੇ ਕਰ ਲੈਂਦੇ ਹਾਂ। ਤਾਂ 12 ਤੋਂ ਵੱਧ ਕੇ ਹੁਣ ਬੱਚਿਆਂ ਦੀ ਗਿਣਤੀ 16 ਹੋ ਗਈ, ਅਤੇ 4-4 ਬੱਚਿਆਂ ਦੀਆਂ 4 ਟੋਲੀਆਂ ਬਣ ਜਾਂਦੀਆਂ ਹਨ। ਜੇ ਆਪਾਂ 5-5 ਬੱਚਿਆਂ ਦੀਆਂ ਟੋਲੀਆਂ ਬਣਾਈਏ ਤਾਂ 16 ਬੱਚਿਆਂ ਨਾਲ 5-5 ਤੀਏ 15, 3 ਟੋਲੀਆਂ ਬਣ ਜਾਂਦੀਆਂ, ਅਤੇ 1 ਬੱਚਾ ਅਜੇ ਤੱਕ ਟੋਲੀ ਤੋਂ ਬਾਹਰ ਰਹਿ ਜਾਂਦਾ ਹੈ। ਤਾਂ ਇਸ ਲਈ ਆਪਾਂ 4 ਬੱਚੇ ਹੋਰ ਖੜੇ ਕਰ ਲੈਂਦੇ ਹਾਂ। ਤਾਂ ਆਪਣੇ ਕੋਲ ਬੱਚਿਆਂ ਦੀ ਗਿਣਤੀ 20 ਹੋ ਜਾਂਦੀ ਹੈ, ਅਤੇ 4-4 ਬੱਚਿਆਂ ਦੀਆਂ 4 ਟੋਲੀਆਂ ਪੂਰੀਆਂ ਬਣ ਜਾਂਦੀਆਂ ਹਨ। ਅਤੇ 5-5 ਬੱਚਿਆਂ ਦੀਆਂ ਟੋਲੀਆਂ ਬਣਾਈਏ ਤਾਂ ਉਹ ਵੀ ਸਹੀ ਬਣ ਜਾਂਦੀਆਂ ਹਨ, ਤੇ ਕੋਈ ਵੀ ਬੱਚਾ ਟੋਲੀ 'ਚੋਂ ਬਾਹਰ ਨਹੀਂ ਰਹਿੰਦਾ ਹੈ। ਤਾਂ ਜੋ 4-4 ਬੱਚਿਆਂ ਦੀਆਂ ਟੋਲੀਆਂ ਬਣੀਆਂ ਤੇ 5-5 ਬੱਚਿਆਂ ਦੀਆਂ ਟੋਲੀਆਂ ਬਣੀਆਂ, ਤਾਂ ਉਸ ਨਾਲ ਬੱਚਿਆਂ ਦੀ ਗਿਣਤੀ ਵੱਧਦੀ ਜਾਂਦੀ ਹੈ। ਤਾਂ ਇਹ ਸੰਖਿਆਵਾਂ ਜੋ ਬਣੀਆਂ ਸਨ ਉਹ 4 ਦੇ ਗੁਣਜ ਹਨ, 4, 8, 12, ਤੇ ਇਸੇ ਪ੍ਰਕਾਰ 5-5 ਬੱਚਿਆਂ ਦੀ ਟੋਲੀ ਨਾਲ ਬੱਚਿਆਂ ਦੀ ਗਿਣਤੀ 5 ਦੇ ਗੁਣਜ ਹਨ। ਤਾਂ ਉਹ ਆਪਾਂ ਲਿਖ ਲੈਂਦੇ ਹਾਂ 5, 10, 15, 20। ਤਾਂ 4 ਅਤੇ 5 ਦੇ ਜੋ ਸਾਂਝੇ ਗੁਣਜ ਆਉਂਦੇ ਹਨ ਉਹ 20 ਆਉਂਦਾ ਹੈ ਅਤੇ 40 ਆਉਂਦਾ ਹੈ। ਪਰ ਬੱਚਿਓ ਆਪਾਂ ਇਹਨਾਂ ਵਿੱਚੋਂ ਸਭ ਤੋਂ ਛੋਟਾ ਸਾਂਝਾ ਗੁਣਜ ਦੇਖਣਾ ਹੁੰਦਾ ਹੈ, ਜੋ ਕਿ 20 ਹੈ। ਤਾਂ ਇਸ ਲਈ 4 ਅਤੇ 5 ਦਾ ਲਘੁੱਤਮ ਸਮਾਂ ਵਰਤਾ ਵੀ 20 ਹੁੰਦਾ ਹੈ। ਤਾਂ ਪਿਆਰੇ ਬੱਚਿਓ, ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਜਮਾਤ ਵਿੱਚੋਂ 20 ਬੱਚੇ ਖੜੇ ਕਰਾਂਗੇ। ਤਾਂ ਬੱਚਿਓ, ਇਹ ਤੁਹਾਡਾ ਘਰ ਦਾ ਕੰਮ ਹੈ। ਅਭਿਆਸ 3.3 ਦੇ ਪ੍ਰਸ਼ਨ ਨੰਬਰ 6, 7 ਅਤੇ 8 ਨੂੰ ਸਾਫ਼-ਸਾਫ਼ ਕਾਪੀਆਂ ਤੇ ਨੋਟ ਕਰਨਾ ਹੈ। ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ, ਉਦੋਂ ਤੱਕ ਬਾਏ ਬਾਏ। Rolly Polly, sleep, sleep, sleep. No, you can't sleep the whole day, as you have to prepare for your PAS. So, let's attend the class on forms of the verb. Come with me. Look at the picture, children. Which action is taking place? Yes, boy is catching a ball. Let us frame a sentence with the word catch. I frame a sentence in present. Catch the ball. Here, catch is the first form of the verb. Catch is in present form. Let's frame a sentence in past. Rohan caught the ball. Here, children, caught is the second form of the verb. Catch is changed to caught. Now, let us frame a sentence in past participle form. Rohan had caught the ball. So here, caught is the third form of the verb. Catch, caught, caught. In past participle, the action has been completed already. So children, catch changes to the second form of the verb caught and third form of the verb caught. Catch, caught, caught. Let us take some more examples. Our first example is read. I read a book every day. So here, read changes to read, read. Read is the first form, read and read are second and the third form. Next example is find. I am finding my coin. Find is to look for. Find changes to found, found. Isn't it interesting? Yes. Next is make. I make a delicious cake. So make changes to V2 made and V3 made. Next example is sleep. I sleep at 6 o'clock in the evening. Sleep changes to slept, second form, and slept, third form of the verb. Our next example is catch. Catch the ball. Catch changes to caught, caught.
Next example is keep. Keep the flowers in the vase. So here keep changes to kept. Kept. Next is leave. Goodbye, I take your leave. Bye-bye. Leave changes to left in V2 and left in V3. Leave, left, left. Very good, children. Next example is get. I get many gifts on my birthday. So get changes into got in the past form and got in the past participle form. Now let's revise all the words, children. Built, built, built. Very good, children. Catch, caught, caught. Find, found, found. Get, got, got. Keep, kept, kept. Leave, left, left. Make, made, made. Read, read, read. Sleep, slept, slept. It's time for homework. Children, complete the different forms of verbs. One I have done, rest you will complete. Keep learning. विषय वातावरण सिक्ख्या जमात 5वीं पाठ नंबर 11 वन सवन्ना भोजन का सफ़ा नंबर 68 असी पढ़ चुके हाँ। अज असी पढ़ांगे सफ़ा नंबर 69 ਅਤੇ 70। अज असी जाणांगे ਵੱਖ-ਵੱਖ ਰਾਜਾਂ ਅਨੁਸਾਰ खेती ਦੀ ਵਿਭਿੰਨਤਾ ਅਤੇ खेती ਕਰਨ ਦਾ ਵਿਗਿਆਨਿਕ ਢੰਗ। ਤਾਂ ਚਲੋ ਬੱਚਿਓ ਸ਼ੁਰੂ ਕਰਦੇ ਹਾਂ। ਦਾਦਾ ਜੀ ਨੇ ਦੱਸਿਆ ਕਿ ਸਾਡੇ ਦੇਸ਼ ਭਾਰਤ ਵਿੱਚ ਕਿਤੇ ਪਹਾੜ, ਕਿਤੇ ਦਰਿਆ, ਕਿਤੇ ਨਦੀਆਂ, ਕਿਤੇ ਮਾਰੂਥਲ ਅਤੇ ਕਿਤੇ ਜੰਗਲ ਹਨ। ਇਸ ਲਈ ਹਰ ਥਾਂ खेती ਕਰਨੀ ਸੰਭਵ ਨਹੀਂ ਹੈ। ਵੱਖ-ਵੱਖ ਰਾਜਾਂ ਵਿੱਚ ਧਰਤੀ ਅਤੇ ਮੌਸਮ ਅਨੁਸਾਰ ਭਿੰਨ-ਭਿੰਨ ਫਸਲਾਂ ਹੁੰਦੀਆਂ ਹਨ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਇਸ ਵਿੱਚ ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ खेती ਕਰਨੀ ਸੌਖੀ ਹੈ। ਇੱਥੇ खेती ਕਰਨ ਲਈ ਆਧੁਨਿਕ ਸੰਦ, ਸਿੰਚਾਈ ਦੇ ਸਾਧਨ ਅਤੇ ਉਪਜਾਊ ਜ਼ਮੀਨ ਉਪਲਬਧ ਹੈ। ਪਰੰਤੂ ਭਾਰਤ ਦੇ ਦੂਜੇ ਰਾਜਾਂ ਜਿਵੇਂ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਿੱਚ खेती ਕਰਨੀ ਬਹੁਤ ਮੁਸ਼ਕਲ ਹੈ। ਉੱਥੇ ਕਈ ਵਾਰ ਜ਼ਿਆਦਾ ਮੀਂਹ ਜਾਂ ਸੋਕੇ ਨਾਲ ਫਸਲ ਤਬਾਹ ਹੋ ਜਾਂਦੀ ਹੈ। ਇਸ ਕਰਕੇ ਕਿਸਾਨ ਕਰਜ਼ਾਈ ਹੋ ਜਾਂਦੇ ਹਨ। ਕਈ ਵਾਰ ਇਹ ਕਿਸਾਨ ਆਪਣੇ ਪਰਿਵਾਰ ਸਮੇਤ ਪੰਜਾਬ ਜਾਂ ਦੂਜੇ ਰਾਜਾਂ ਵਿੱਚ ਜਾ ਕੇ खेती ਦੇ ਧੰਦਿਆਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਆਮ ਤੌਰ ਤੇ ਪੰਜਾਬ ਦੇ ਕਈ ਪਿੰਡਾਂ ਵਿੱਚੋਂ ਕਿਸਾਨ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਬੱਚਿਆਂ ਨਾਲ ਨਰਮੇ ਦੀ ਚੁਗਾਈ ਅਤੇ ਫਲਾਂ ਦੀ ਤੁੜਾਈ ਦੇ ਕੰਮ ਲਈ ਦੂਸਰੇ ਪਿੰਡਾਂ ਵਿੱਚ ਅਸਥਾਈ ਤੌਰ ਤੇ ਚਲੇ ਜਾਂਦੇ ਹਨ। ਇਸ ਤਰ੍ਹਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ। ਉਹ ਆਪਣੀ ਜਮਾਤ ਦੇ ਟੀਚੇ ਪੂਰੇ ਕਰਨ ਤੋਂ ਦੂਸਰੇ ਬੱਚਿਆਂ ਦੇ ਮੁਕਾਬਲੇ ਪਛੜ ਜਾਂਦੇ ਹਨ। ਚਾਚਾ ਜੀ ਨੇ ਟੈਲੀਵਿਜ਼ਨ ਤੋਂ ਸੁਣ ਕੇ ਕਣਕ ਦੇ ਨਵੇਂ ਬੀਜ ਬੀਜਣ ਬਾਰੇ ਦਾਦਾ ਜੀ ਦੀ ਸਲਾਹ ਲਈ। ਦਾਦਾ ਜੀ ਨੇ ਕਿਹਾ ਕਿ ਪਿਛਲੇ ਸਾਲ ਵਾਲੀ ਕਣਕ ਦਾ ਬੀਜ ਵੀ ਚੰਗੇ ਝਾੜ ਵਾਲਾ ਹੈ। ਇਸ ਲਈ ਉਹਨਾਂ ਨੇ ਬੀਜ ਨੂੰ ਸਾਫ਼ ਕਰਕੇ ਅਤੇ ਸੁਕਾ ਕੇ ਡਰਮ ਵਿੱਚ ਰੱਖਿਆ ਹੋਇਆ ਹੈ। ਉਹ ਇਸ ਵਾਰ ਨਵੇਂ ਦੇ ਨਾਲ-ਨਾਲ ਪੁਰਾਣਾ ਬੀਜ ਵੀ ਬੀਜਣਗੇ। ਚਾਚਾ ਜੀ ਅਗਲੇ ਦਿਨ ਸ਼ਨੀਵਾਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਕਣਕ ਦਾ ਸੁਧਰਿਆ ਹੋਇਆ ਬੀਜ ਲੈ ਆਏ। ਐਤਵਾਰ ਨੂੰ ਹੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਦਾਣਿਆਂ ਉੱਪਰ ਉੱਲੀਨਾਸ਼ਕ ਦਵਾਈ ਲਾ ਕੇ ਬਿਜਾਈ ਕਰ ਦਿੱਤੀ। ਕੁਝ ਹੀ ਦਿਨਾਂ ਬਾਅਦ ਕਣਕ ਦੇ ਛੋਟੇ-ਛੋਟੇ ਪੌਦੇ ਬਾਹਰ ਨਿਕਲਣ ਨਾਲ ਖੇਤ ਹਰਾ ਭਰਾ ਹੋ ਗਿਆ। ਚਾਚਾ ਜੀ ਨੇ ਦੱਸਿਆ ਕਿ ਬੀਜ ਦੇ ਪੁੰਗਰਣ ਦੇ ਲਈ ਨਮੀ ਅਤੇ ਗਰਮੀ ਦੀ ਜ਼ਰੂਰਤ ਹੁੰਦੀ ਹੈ। ਕੁਝ ਦਿਨਾਂ ਬਾਅਦ ਫਸਲ ਨੂੰ ਦੇਖਣ ਲਈ ਖੇਤੀਬਾੜੀ ਮਹਿਕਮੇ ਤੋਂ ਖੇਤੀ ਮਾਹਰ ਆਏ। ਉਹਨਾਂ ਨੇ ਸਲਾਹ ਦਿੱਤੀ ਕਿ ਫਸਲ ਨੂੰ ਸਮੇਂ ਸਿਰ ਪਾਣੀ ਲਾਇਆ ਜਾਵੇ ਅਤੇ ਪੱਤੇ ਪੀਲੇ ਹੋਣ ਤੋਂ ਰੋਕਣ ਲਈ ਯੂਰੀਆ ਖਾਦ ਪਾਈ ਜਾਵੇ। ਇਸ ਤੋਂ ਇਲਾਵਾ ਜ਼ਿੰਕ ਅਤੇ ਮੈਗਨੀਜ਼ ਯੁਕਤ ਘੋਲ ਦਾ ਛਿੜਕਾਅ ਵੀ ਕੀਤਾ ਜਾਵੇ। ਪਿਆਰੇ ਬੱਚਿਓ, ਇੱਕ ਹੋਰ ਪਤੇ ਦੀ ਗੱਲ ਸੁਣ ਲਵੋ। ਜੇਕਰ ਕਿਸੇ ਕੁਦਰਤੀ ਆਫਤ ਨਾਲ ਫਸਲ
ਤਬਾਹ ਹੋ ਜਾਵੇ ਤਾਂ ਸਰਕਾਰ ਵੱਲੋਂ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ। ਬੱਚਿਓ, ਅੱਜ ਦਾ ਤੁਹਾਡਾ ਘਰ ਦਾ ਕੰਮ ਹੈ ਪ੍ਰਸ਼ਨ ਨੰਬਰ 1, ਕਿਸਾਨਾਂ ਨੂੰ ਨਵੇਂ ਬੀਜਾਂ ਸੰਬੰਧੀ ਜਾਣਕਾਰੀ ਕਿੱਥੋਂ ਮਿਲਦੀ ਹੈ। ਤੁਸੀਂ ਇਸ ਪ੍ਰਸ਼ਨ ਦਾ ਉੱਤਰ ਆਪਣੀ ਕਾਪੀ ਉੱਤੇ ਸੁੰਦਰ ਲਿਖਾਈ ਵਿੱਚ ਲਿਖਣਾ ਹੈ। ਬੱਚਿਓ, ਹੁਣ ਤੱਕ ਤੁਸੀਂ ਸਮਝ ਗਏ ਹੋ ਕਿ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਤੇ ਪੰਜਾਬੀ ਬੋਲਦੇ ਹਾਂ, ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਪਰ ਭਾਰਤ ਦੇ ਦੂਜੇ ਰਾਜਾਂ ਵਿੱਚ ਰਹਿਣ ਵਾਲੇ ਲੋਕ ਪੰਜਾਬੀ ਕਿਉਂ ਨਹੀਂ ਬੋਲਦੇ? ਕਿਉਂਕਿ ਬੱਚਿਓ, ਹਰ ਰਾਜ ਦੀ ਆਪਣੀ ਭਾਸ਼ਾ ਹੈ ਤੇ ਉੱਥੋਂ ਦੇ ਰਹਿਣ ਵਾਲੇ ਲੋਕ ਉਹੀ ਭਾਸ਼ਾ ਬੋਲਦੇ ਹਨ। ਪਿਆਰੇ ਬੱਚਿਓ, ਜਿਵੇਂ ਸਾਡੀ ਮਾਂ ਬੋਲੀ ਪੰਜਾਬੀ ਹੈ, ਉਵੇਂ ਹੀ ਭਾਰਤ ਦੇ ਹੋਰ ਰਾਜਾਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਵੀ ਆਪਣੀਆਂ ਮਾਂ ਬੋਲੀਆਂ ਹਨ, ਜਿਵੇਂ ਬੰਗਲਾ, ਅਸਾਮੀ, ਮਰਾਠੀ ਅਤੇ ਕਸ਼ਮੀਰੀ ਵਰਗੀਆਂ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਉਹ ਵੀ ਸਾਡੇ ਵਾਂਗ ਆਪਣੀ ਮਾਂ ਬੋਲੀ ਨੂੰ ਬੜਾ ਪਿਆਰ ਕਰਦੇ ਨੇ। ਕਈ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਨੇ। ਹਰ ਇੱਕ ਨੂੰ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਦਾ ਪੂਰਾ ਹੱਕ ਹੈ ਅਤੇ ਹਰ ਇਨਸਾਨ ਨੂੰ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਵੀ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਆਪਣੀ ਮਾਂ ਬੋਲੀ ਨੂੰ ਮਨੋਵਿਸਾਰ ਦਿੰਦੇ ਹਾਂ ਤਾਂ ਅਸੀਂ ਆਪਣੇ ਸੱਭਿਆਚਾਰ ਨੂੰ ਜਿਉਂਦਾ ਨਹੀਂ ਰੱਖ ਸਕਦੇ। ਬੱਚਿਓ, ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਕੁਝ ਭਾਸ਼ਾਵਾਂ ਨੂੰ ਸਾਡੇ ਭਾਰਤੀ ਸੰਵਿਧਾਨ ਵਿੱਚ ਖਾਸ ਦਰਜਾ ਦਿੱਤਾ ਗਿਆ ਹੈ, ਜਿਨ੍ਹਾਂ ਦੀ ਗਿਣਤੀ 22 ਹੈ। ਪਿਆਰੇ ਬੱਚਿਓ, ਤੁਸੀਂ ਭਾਰਤੀ ਰੁਪਏ ਦਾ ਨੋਟ ਤਾਂ ਜ਼ਰੂਰ ਦੇਖਿਆ ਹੋਵੇਗਾ। ਤੁਸੀਂ ਦੇਖਿਆ ਇਸ ਉੱਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸਮੇਤ 17 ਹੋਰ ਭਾਸ਼ਾਵਾਂ ਵਿੱਚ ਨੋਟ ਦੀ ਰਾਸ਼ੀ ਲਿਖੀ ਮਿਲਦੀ ਹੈ। ਅਜਿਹਾ ਪਤਾ ਕਿਉਂ ਹੈ? ਕਿਉਂਕਿ ਭਾਰਤ ਇੱਕ ਬਹੁਭਾਸ਼ੀ ਦੇਸ਼ ਹੈ। ਇਸ ਵਿੱਚ ਅਨੇਕਾਂ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ। ਦੇਖਿਆ ਜਾਵੇ ਤਾਂ ਭਾਰਤ ਵੱਖ-ਵੱਖ ਭਾਸ਼ਾਵਾਂ ਦੇ ਫੁੱਲਾਂ ਦਾ ਗੁਲਦਸਤਾ ਹੈ। ਇਸੇ ਕਰਕੇ ਭਾਰਤ ਸਰਕਾਰ ਹਰ ਭਾਸ਼ਾ ਨੂੰ ਉਸ ਦਾ ਬਣਦਾ ਹੱਕ ਦਿੰਦੀ ਹੈ। ਸਾਨੂੰ ਆਪਣੀ ਭਾਸ਼ਾ ਨੂੰ ਪਿਆਰ ਕਰਨਾ ਚਾਹੀਦਾ ਹੈ, ਪਰ ਨਾਲ ਹੀ ਕਿਸੇ ਹੋਰ ਭਾਸ਼ਾ ਨੂੰ ਨਿੰਦਣਾ ਕਦੇ ਨਹੀਂ ਚਾਹੀਦਾ। ਜਿਵੇਂ ਸਾਨੂੰ ਆਪਣੀ ਭਾਸ਼ਾ ਪਿਆਰੀ ਹੈ, ਉਵੇਂ ਹੀ ਸਭ ਨੂੰ ਆਪਣੀ ਭਾਸ਼ਾ ਪਿਆਰੀ ਹੁੰਦੀ ਹੈ। ਸੋ ਬੱਚਿਓ, ਆਪਣੀ ਮਾਂ ਬੋਲੀ ਨੂੰ ਦਿਲੋਂ ਪਿਆਰ ਕਰੋ ਅਤੇ ਦੂਜੀਆਂ ਬੋਲੀਆਂ ਦਾ ਸਤਿਕਾਰ ਕਰੋ। ਹੁਣ ਤੁਹਾਡਾ ਘਰ ਦਾ ਕੰਮ ਹੈ ਕਿ ਤੁਸੀਂ 2 ਪ੍ਰਸ਼ਨਾਂ ਦੇ ਉੱਤਰ ਲੱਭੋ। ਪਹਿਲਾ, ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੀ ਇਹ ਠੀਕ ਹੈ ਜਾਂ ਗਲਤ? ਦੂਜਾ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਕੋਈ 2 ਹੋਰ ਭਾਸ਼ਾਵਾਂ ਦੇ ਨਾਂ ਦੱਸੋ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਪੰਜਾਬੀ ਦੀ ਲਿਖਾਈ ਬਾਰੇ ਆਪਣੀ ਗੱਲਬਾਤ ਚੱਲਦੀ ਪਈ ਹੈ ਔਰ ਅੱਜ ਆਪਾਂ ਬੇਟਾ 8ਵੇਂ ਸੈੱਟ ਦੇ ਆਖਰੀ ਅੱਖਰ ਗੱਗਾ ਦੇ ਉੱਤੇ ਪਹੁੰਚ ਚੁੱਕੇ ਹੋਏ ਹਾਂ। ਸਾਰੇ ਬੱਚੇ ਧਿਆਨ ਦੇ ਨਾਲ ਦੇਖੋ, ਅੱਖਰ ਗੱਗਾ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਉਣੀ ਹੈ। ਇੱਕ ਸਭ ਤੋਂ ਪਹਿਲਾਂ ਬੇਟਾ ਉੱਪਰਲੇ ਪਾਸੇ ਅਸੀਂ ਕੀ ਕਰਨਾ, ਜਿੰਨੀ ਅੱਖਰ ਦੀ ਚੌੜਾਈ ਲੈਣੀ ਹੈ ਉਸ ਹਿਸਾਬ ਦੇ ਨਾਲ ਅਸੀਂ ਉੱਪਰਲੀ ਰੇਖਾ ਦੇ ਉੱਤੇ ਰੇਖਾ ਖਿੱਚ ਲੈਣੀ ਆ। ਔਰ ਇੱਕ ਗੱਲ ਬੱਚੇ ਧਿਆਨ ਰੱਖਣਾ, ਅੱਖਰ ਗੱਗਾ ਜਿਹੜਾ ਹੈਗਾ ਆ ਉਹਦੀ ਜਿਹੜੀ ਬਣਤਰ ਆਮ, ਉਹਦੀ ਚੌੜਾਈ ਆਮ ਅੱਖਰਾਂ ਨਾਲੋਂ ਵੱਧ ਹੁੰਦੀ ਆ। ਤੇ ਤੁਸੀਂ ਇੱਥੋਂ ਥੋੜੀ ਜਿਹੀ ਵੱਧ ਰੇਖਾ ਛੱਡ ਕੇ ਬੇਟਾ ਇਹ ਲਗਭਗ ਥੋੜਾ ਜਿਹਾ ਅੰਦਰ ਆ ਕੇ ਇੱਥੋਂ 90 ਡਿਗਰੀ ਤੇ 90 ਡਿਗਰੀ ਦੇ ਉੱਤੇ ਥੱਲੇ ਆ ਜਾਣਾ ਬੇਟਾ। 90 ਡਿਗਰੀ ਤੇ ਥੱਲੇ ਆ ਕੇ ਫਿਰ ਇੱਥੋਂ ਇੱਕ ਬਿੰਦੂ ਉੱਪਰ ਹੀ ਠਹਿਰਾਓ ਕਰਕੇ ਇੱਥੋਂ ਬੇਟਾ ਗੋਲਾਈ ਦੇਣੀ ਸ਼ੁਰੂ ਕਰ ਦੇਣੀ ਹੈ। ਇੱਥੋਂ ਗੋਲਾਈ ਦਿੰਦੇ ਹੋਏ ਇੱਥੋਂ ਉੱਪਰ ਆ ਗਏ ਔਰ ਇੱਥੋਂ ਫੇਰ ਗੋਲਾਈ ਦਿੰਦੇ ਹੋਏ ਅੰਦਰ ਨੂੰ ਅਸੀਂ ਇੱਥੇ ਆ ਕੇ ਆਪਣੀ ਕਲਮ ਰੋਕ ਦੇਣੀ ਆ। ਔਰ ਆਹ ਚੌੜਾਈ ਆ ਬੱਚੇ ਜਿਹੜੀ ਇਹ ਹਾਹਾ ਤੇ ਰਾਰਾ ਅੱਖਰ ਦੀ ਚੌੜਾਈ ਨਾਲੋਂ ਘੱਟ ਰੱਖਣੀ ਆ, ਕਿਉਂਕਿ ਗੱਗਾ ਅੱਖਰ ਦੀ ਓਵਰਆਲ ਚੌੜਾਈ ਬਾਕੀ ਅੱਖਰਾਂ ਨਾਲੋਂ ਵੱਧ ਹੁੰਦੀ ਆ। ਔਰ ਇਧਰਲੇ ਪਾਸੇ ਥੋੜੀ ਜਿਹੀ ਰੇਖਾ ਛੱਡ ਕੇ ਇੱਥੋਂ ਫੇਰ ਬੇਟਾ ਅਸੀਂ 90 ਡਿਗਰੀ ਦੇ ਉੱਤੇ ਰੇਖਾ ਥੱਲੇ ਨੂੰ ਲੈ ਆਉਣੀ ਆ। ਇਹ ਬਣ ਗਿਆ ਸਾਡੇ ਕੋਲੇ ਅੱਖਰ ਗੱਗਾ, ਜਿਹੜੀ ਹੇਠਲੀ ਲਾਈਨ ਨਾਲ ਟੱਚ ਕਰੂਗਾ। ਇਹ ਬਣ ਗਿਆ ਅੱਖਰ ਸਾਡੇ ਕੋਲੇ ਗੱਗਾ। ਫਿਰ ਦੇਖ ਲਓ ਬੇਟਾ, ਸਭ ਤੋਂ ਪਹਿਲੇ ਸਟੈਪ ਤੇ ਆਹ ਅਸੀਂ ਰੇਖਾ ਲੈ ਲਈ, ਉਹਦੇ ਤੋਂ ਬਾਅਦ ਥੋੜਾ ਜਿਹਾ ਅੰਦਰੋਂ ਇੱਥੋਂ ਥੱਲੇ ਆ ਗਏ ਔਰ ਇੱਥੋਂ ਗੋਲਾਈ ਦਿੰਦੇ ਹੋਏ ਇੱਥੇ ਆ ਕੇ ਅਸੀਂ ਇਹਨੂੰ ਬੰਦ ਕਰ ਦਿੱਤਾ ਔਰ ਇੱਥੋਂ ਫੇਰ 90 ਡਿਗਰੀ ਦੇ ਉੱਤੇ ਰੇਖਾ ਜਿਹੜੀ ਆ ਉਹ ਥੱਲੇ ਲਿਆ ਕੇ ਇੱਥੇ ਆ ਕੇ ਅਸੀਂ ਅੱਖਰ ਗੱਗਾ ਨੂੰ ਖਤਮ ਕਰ ਦੇਵਾਂਗੇ।
ਹੁਣ ਤੁਸੀਂ ਆਪਣੀਆਂ ਵਰਕਸ਼ੀਟਾਂ ਦੇ ਉੱਤੇ ਜਾਂ ਕਾਪੀਆਂ ਦੇ ਉੱਤੇ ਬੱਚੇ ਇਹਦਾ ਗੱਗੇ ਅੱਖਰ ਦਾ ਅਭਿਆਸ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।